ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਦਰਸ਼ਕੋ, ਜਿੱਥੇ-ਜਿੱਥੇ ਵੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੇ ਤੁਸੀਂ ਸਿੱਖ ਚੈਨਲ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਸਭ ਨੂੰ ਮੈਂ ਜੀ ਆਇਆਂ ਕਰਦੀ ਹਾਂ ਤੇ ਇਸ ਦੇ ਨਾਲ-ਨਾਲ ਹੀ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਵੀ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਸਤਿਕਾਰਯੋਗ ਦਰਸ਼ਕੋ, ਅੱਜ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਮੈਂ ਤੁਹਾਡੇ ਰੂਬਰੂ ਹੋਈ ਹਾਂ ਕਿਉਂਕਿ ਅੱਜ ਮੇਰੇ ਨਾਲ ਇੱਕ ਖਾਸ ਸ਼ਖਸੀਅਤ ਅਜੀਤ ਸਿੰਘ ਨਿੱਜਰ ਜੀ ਲੀਡਸ ਜੋ ਵੈਸਟ ਯਾਰਕਸ਼ਾਇਰ ਦੇ ਵਿੱਚ ਹੈ, ਉੱਥੋਂ ਅੱਜ ਮੇਰੇ ਨਾਲ ਉਹ ਜੁੜੇ ਹੋਏ ਹਨ ਤੇ ਉਹ ਆਪਣੀ ਜੋ ਜੀਵਨ ਯਾਤਰਾ, ਜੋ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਉਹਨਾਂ ਨੇ ਗੁਜ਼ਾਰਿਆ ਯੂਕੇ ਦੇ ਵਿੱਚ, ਉਹਦੇ ਤੇ ਚਾਨਣਾ ਪਾਉਣਗੇ। ਹਾਂਜੀ, ਮੈਂ ਅਜੀਤ ਸਿੰਘ ਨਿੱਜਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ ਤੇ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਵੀ ਬਹੁਤ ਪਿਆਰ ਹਾਂਜੀ, ਭਰੀ ਥੈਂਕ ਸਤਿ ਯੂ ਸ੍ਰੀ ਜੀ। ਅਕਾਲ। ਹਾਂਜੀ, ਥੈਂਕ ਯੂ। ਹਾਂਜੀ, ਨਿੱਜੀ ਜੀ, ਤੁਸੀਂ ਆਪਾਂ ਦੱਸੋ ਵੀ ਤੁਸੀਂ ਇੱਥੇ ਆਪਣੇ ਵਲਾਇਤ ਦੇ ਵਿੱਚ ਕਦੋਂ ਆਏ ਸੀ? ਮੈਂ ਭੈਣ ਜੀ 1961 ਫਰਵਰੀ ਦੇ ਮਹੀਨੇ ਚ ਆਇਆ ਸੀ ਇੱਥੇ। ਜੀ ਜੀ। ਤੇ ਤੁਹਾਡੇ ਆਉਣ ਦੀ ਵਜ੍ਹਾ ਕੀ ਸੀ? ਇਹ ਆਪਣੀ ਦਰਸ਼ਕਾਂ ਨਾਲ ਸਾਂਝ ਪਾਓ ਵੀ ਤੁਹਾਡੇ ਇੱਥੇ ਆਉਣ ਦੀ ਵਜ੍ਹਾ ਕੀ ਸੀ, ਕਿਉਂ ਆਏ ਸੀ? ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਤੁਹਾਡੇ ਤੁਸੀਂ ਐਜ਼ ਛੋਟੇ ਹੁੰਦੇ ਹਾਂਜੀ, ਆਏ ਸੀ ਜਾਂ ਮਾਂ-ਬਾਪ ਦੇ ਨਾਲ ਆਏ ਸੀ ਜਾਂ ਤੁਸੀਂ ਕੋਈ ਨੌਕਰੀ ਲਈ ਆਏ ਸੀ? ਨਹੀਂ, ਮੇਰੇ ਪਿਤਾ ਜੀ 1954 ਵਿੱਚ ਇੱਧਰ ਆ ਗਏ ਸੀ। ਅਹ, ਸਿਰਫ ਜਿਸ ਤਰ੍ਹਾਂ ਸਾਰੇ ਦੁਆਬੇ ਵਿੱਚ ਹੀ ਅਹ, ਆਪਣੇ ਲੋਕੀ ਬਾਹਰ ਆਉਣ ਲਈ ਤਰਲੋ ਮੱਛੀ ਹੋਏ ਪਏ ਸੀ ਜੀ ਤੇ ਜੀ। ਕੁਛ ਮਾਇਕ ਸਹੂਲਤਾਂ ਕਰਕੇ, ਆਮਦਨ ਕਰਕੇ ਤੇ ਪਿਤਾ ਜੀ ਜੀ ਇੱਧਰ ਆ ਗਏ ਸੀ 1954 ਵਿੱਚ। ਤੇ ਜੀ। ਜੀ ਬੜੀ ਬੜੀ ਮੁਸ਼ਕਲ ਨਾਲ ਇੱਧਰ ਆਏ ਸੀਗੇ ਉਹ। ਉਸ ਵੇਲੇ ਮੈਂ ਬਹੁਤ ਛੋਟਾ ਸੀ, ਮੇਰੀ ਉਮਰ ਤਕਰੀਬਨ ਜੀ 12 ਸਾਲ ਸੀ। ਜੀ। ਤੇ ਜੀ ਜੀ। ਫਿਰ ਮੈਂ ਆਪਣੀ ਮੈਟ੍ਰਿਕ ਦੇ ਤੱਕ ਦੀ ਵਿੱਦਿਆ ਉੱਥੋਂ ਗਵਰਨਮੈਂਟ ਹਾਈ ਸਕੂਲ ਫਲੋਰ ਤੋਂ ਪਾਸ ਕਰਕੇ ਜੀ ਫਸਟ ਈਅਰ ਚ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਫਸਟ ਈਅਰ ਜੁਆਇਨ ਕੀਤਾ ਸੀਗਾ ਤੇ ਇੱਧਰਲਾ ਜੀ। ਜੀ ਪਾਸਪੋਰਟ ਬਣ ਗਿਆ ਤੇ ਫਿਰ ਇੱਧਰ ਨੂੰ ਆ ਗਏ। ਪਰ ਜੀ। ਆਉਣ ਦਾ ਮੇਨ ਰੀਜ਼ਨ ਤਾਂ ਇਕਨੋਮਿਕਸ ਸੀ ਤੇ ਜੀ ਲੇਕਿਨ ਜੀ। ਨਾਲ ਨਾਲ ਮੈਨੂੰ ਇਹ ਵੀ ਅਹਿਸਾਸ ਸੀ, ਜਾਂ ਮੈਂ ਇੰਨਾ ਪੜ੍ਹ ਚੁੱਕਿਆ ਸਾਂ ਕਿ ਬਾਹਰ ਆ ਕੇ ਅਸੀਂ ਕੰਮ ਵੀ ਕਰ ਸਕਦੇ ਹਾਂ ਤੇ ਪੜ੍ਹਾਈ ਵੀ ਜਾਰੀ ਰੱਖ ਸਕਦੇ ਹਾਂ, ਜਿਹੜੀ ਕਿ ਜੀ ਬਾਖੂਬੀ ਮੈਂ ਫਿਰ ਇੱਥੇ ਆ ਕੇ ਉਸ ਨੂੰ ਨੇਪਰੇ ਵੀ ਚੜਾਇਆ। ਹਾਂਜੀ ਜੀ ਜੀ। ਮੈਂ ਨਿੱਜੀ ਜੀ, ਮੈਂ ਇੱਥੇ ਤੁਹਾਨੂੰ ਇਹ ਸਵਾਲ ਪੁੱਛਦੀ ਹਾਂ। ਤੁਸੀਂ ਕਹਿੰਦੇ ਵੀ ਤੁਹਾਡੇ ਪਿਤਾ ਜੀ ਇੱਥੇ ਆ ਗਏ ਸੀ 1954 ਵਿੱਚੋਂ ਇੱਥੇ ਆ ਗਏ ਸੀਗੇ। ਹਾਂਜੀ। ਉਹ ਤੁਹਾਨੂੰ ਵਲਾਇਤ ਦੇ ਬਾਰੇ ਇੰਡੀਆ ਵਿੱਚ ਜਦ ਤੁਸੀਂ ਸੀਗੇ ਤੁਹਾਨੂੰ ਕੀ ਦੱਸਦੇ ਸੀ ਵੀ ਇੱਥੇ ਆਪਣਾ ਜਿਹੜਾ ਵਲਾਇਤ ਆ ਕਿੱਦਾਂ ਦਾ ਦੇਸ਼ ਆ? ਉਹਨਾਂ ਨੇ ਬਹੁਤਾ ਕੁਝ ਨਹੀਂ ਦੱਸਿਆ ਕਿਉਂਕਿ ਉਹ ਖੁਦ ਪੜ੍ਹੇ ਹੋਏ ਨਹੀਂ ਸਨ ਤੇ ਕਿਸੇ ਜੀ। ਕੋਲੋਂ ਹੀ ਚਿੱਠੀ ਲਿਖਵਾਉਂਦੇ ਹੁੰਦੇ ਸਨ। ਤੇ ਅੱਛਾ ਉਸ ਜੀ। ਵੇਲੇ ਜ਼ਿਆਦਾਤਰ ਸਾਡੀ ਫੈਮਿਲੀ ਦੇ ਸਿਰ, ਕਿਉਂਕਿ ਉਹ ਕਰਜ਼ਾ ਲੈ ਕੇ ਪਿੰਡ ਤੋਂ ਚੱਲੇ ਸੀ ਤੇ ਉਸ ਜੀ। ਵੇਲੇ ਸਾਡਾ ਮੇਨ ਕੰਸਰਨ ਸਿਰਫ ਚਿੱਠੀਆਂ ਦਾ ਇਹੀ ਹੁੰਦਾ ਸੀ ਕਿ ਕਿੰਨਾ ਕਰਜ਼ਾ ਰਹਿ ਗਿਆ, ਕਿੰਨਾ ਲਾ ਦਿੱਤਾ ਤੇ ਹਾਂਜੀ ਹਾਂਜੀ। ਸਾਡੀ ਪੜ੍ਹਾਈ ਵਗੈਰਾ ਕਿਸ ਤਰ੍ਹਾਂ ਚੱਲ ਰਹੀ ਆ। ਤੇ ਇੱਥੇ ਦੇ ਜੀ ਦੇਸ਼ ਬਾਰੇ ਉਹਨਾਂ ਦਿਨਾਂ ਵਿੱਚ ਇੱਥੋਂ ਇੱਕ ਦੋ ਬੰਦੇ ਜਿਹੜੇ ਉਹਨਾਂ ਤੋਂ ਵੀ ਪਹਿਲਾਂ ਆਏ ਹੋਏ ਸਨ, ਉਹ ਜੀ। ਸਾਡੇ ਜੀ ਪਿੰਡ ਆ ਕੇ ਸਾਨੂੰ ਮਿਲੇ ਸਨ, ਜਿਨ੍ਹਾਂ ਤੋਂ ਮੈਨੂੰ ਜੀ। ਕਾਫੀ ਕੁਝ ਪਤਾ ਲੱਗਿਆ ਕਿ ਇੱਥੇ ਹੂੰ। ਕੰਮਕਾਰ ਕਿਸ ਤਰ੍ਹਾਂ ਹੁੰਦਾ ਹੈ। ਬਾਕੀ ਜੀ ਮੈਂ ਜੀ। ਮੇਰੀ ਰੁਚੀ ਪੜ੍ਹਨ ਵਿੱਚ ਸੀ, ਇਸ ਕਰਕੇ ਮੈਂ ਕਿਤਾਬਾਂ ਤੋਂ ਕਾਫੀ ਜਾਣਕਾਰੀ ਇੰਗਲੈਂਡ ਬਾਰੇ ਪਹਿਲਾਂ ਹੀ ਲੈ ਚੁੱਕਿਆ ਸੀ। ਜੀ ਜੀ। ਜੀ। ਤੁਹਾਡਾ ਪਹਿਲਾ ਇੰਪ੍ਰੈਸ਼ਨ ਆਪਣੇ ਇੱਥੇ ਵਲਾਇਤ ਵਿੱਚ ਕੀ ਸੀਗਾ? ਇੱਥੇ ਦੇ ਵਾਤਾਵਰਨ ਬਾਰੇ, ਇੱਥੇ ਦੇ ਲੋਕਾਂ ਦੇ ਬਾਰੇ, ਇੱਥੋਂ ਦੀ ਕਲਚਰ ਦੇ ਬਾਰੇ ਕੀ ਤੁਹਾਡਾ ਇੰਪ੍ਰੈਸ਼ਨ ਸੀਗਾ? ਸਭ ਤੋਂ ਪਹਿਲਾ ਇੰਪ੍ਰੈਸ਼ਨ ਮੇਰਾ ਭੈਣ ਜੀ ਕਈਆਂ ਪੱਖਾਂ ਤੋਂ ਦੇਖਿਆ ਜਾ ਸਕਦਾ। ਵੈਦਰ ਵੱਲੋਂ ਤਾਂ ਬਹੁਤ ਨਿਰਾਸ਼ਾਜਨਕ ਤਜਰਬਾ ਰਿਹਾ, ਲੇਕਿਨ ਜੀ ਜੀ। ਲੋਕਾਂ ਦੇ ਰਸੂਖ ਪੱਖੀ ਜਦੋਂ ਮੈਂ ਪਹਿਲੀ ਵਾਰੀ ਇੱਥੇ ਕਿਸੇ ਕੰਮ ਲੱਭਣ ਦੇ ਮਾਮਲੇ ਵਿੱਚ ਪਹਿਲੀ ਵਾਰੀ ਇਹਨਾਂ ਦੇ ਦਫ਼ਤਰਾਂ ਵਿੱਚ ਜਾਣਾ ਪਿਆ ਤੇ ਮੈਨੂੰ ਜੀ ਸਭ ਤੋਂ ਪਹਿਲਾਂ ਇਸ ਚੀਜ਼ ਦਾ ਬਹੁਤ ਵਧੀਆ ਪ੍ਰਭਾਵ ਮਿਲਿਆ ਕਿ ਇੱਥੋਂ ਦੇ ਲੋਕਾਂ ਨਾਲ, ਜਿਹੜੇ ਸਿਵਲ ਸਰਵਿਸ ਵਾਲੇ ਆ, ਲੋਕਾਂ ਨਾਲ ਕਿਵੇਂ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਆ। ਮੈਂ ਜੀ। ਉਹ ਦਿਨ ਤੋਂ ਹੀ ਇਹਨਾਂ ਦੀ ਪ੍ਰਬੰਧਕ ਪ੍ਰਣਾਲੀ ਦਾ ਕਾਇਲ ਰਿਹਾ ਹਾਂ। ਇਹਨਾਂ ਦਾ ਬਹੁਤ ਅਸਰ ਪਿਆ ਮੇਰੇ ਤੇ। ਮੈਨੂੰ ਇਹ ਸਵਾਲ ਵੀ ਕੀਤਾ ਗਿਆ ਸੀ ਜਦੋਂ ਮੈਂ ਹਰਟਸਫੀਲਡ ਟੈਕਨੀਕਲ ਕਾਲਜ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਸੀ ਪਾਰਟ ਟਾਈਮ, ਜੀ ਤੇ ਉੱਥੇ ਜੀ। ਸਾਡੇ ਅੰਗਰੇਜ਼ ਟੀਚਰ ਨੇ ਪੁੱਛਿਆ ਸੀ ਕਿ ਤੁਹਾਡਾ ਕੀ ਪ੍ਰਭਾਵ ਰਿਹਾ।
ਤੇ ਮੇਰਾ ਪ੍ਰਭਾਵ ਜੀ, ਸਭ ਤੋਂ ਵਧੀਆ ਇਹ ਸੀਗਾ ਕਿ ਇਹਨਾਂ ਦੀ ਜਿਸ ਤਰ੍ਹਾਂ ਕਿਸੇ ਵੀ ਤੁਸੀਂ ਰਿਸੈਪਸ਼ਨ ਆਫਿਸ ਵਿੱਚ ਜਾਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ, ਸਲੀਕੇ ਨਾਲ ਇਹ ਲੋਕ ਪੇਸ਼ ਹੁੰਦੇ ਸਨ। ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਵੈਰੀ ਗੁੱਡ, ਬਹੁਤ ਵਧੀਆ ਜੀ। ਮੇਰਾ ਖਿਆਲ ਆਪਣੇ ਸਾਰਿਆਂ ਦਾ ਇਹੋ ਹੀ ਤਜਰਬਾ ਹੋਇਆ ਵੀ ਇੱਥੇ ਜਿਹੜੀ ਹੈਗੀ ਆ, ਕਿਸੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ। ਤੁਹਾਡੇ ਨਾਲ ਬਹੁਤ ਵਧੀਆ ਗੱਲ ਕਰਦੇ, ਅੱਛਾ ਲੱਗਦਾ ਮੈਨੂੰ ਸੁਣ ਕੇ ਇਹ ਜੀ। ਤੇ ਤੁਹਾਡੀ ਪਹਿਲੀ ਨੌਕਰੀ ਕਿੱਥੇ ਸੀ? ਪਹਿਲੀ ਨੌਕਰੀ ਮੇਰੀ, ਮੇਰੇ ਫਾਦਰ ਸਾਹਿਬ ਇੱਕ ਹਡਰਸਫੀਲਡ ਦੇ ਵਿੱਚ ਮਿਲ ਹੁੰਦੀ ਸੀ ਜਿਸ ਦਾ ਨਾਂ ਸੀ ਹਿਲਟਨ ਕੋਂਬਿੰਗ ਕੰਪਨੀ। ਉਹ ਵੂਲ ਦੀ ਕੋਂਬਿੰਗ ਮਤਲਬ ਵੂਲ ਪਿੰਜਣ ਜੀ, ਦੀ ਫੈਕਟਰੀ ਸੀ ਤੇ ਮੇਰੇ ਪਿਤਾ ਜੀ ਜੀ, ਉੱਥੇ ਕੰਮ ਕਰਿਆ ਕਰਦੇ ਸਨ ਤੇ ਮੈਨੂੰ ਵੀ ਪਹਿਲੀ ਨੌਕਰੀ ਉਹਨਾਂ ਨੇ ਉੱਥੇ ਹੀ ਲੈ ਕੇ ਦਿੱਤੀ ਸੀ। ਤੇ ਜੀ, ਜੀ। ਪਹਿਲੀ ਨੌਕਰੀ ਲੈਂਦਿਆਂ ਹੀ ਮੇਰਾ ਤਜਰਬਾ ਬਹੁਤ ਅਜੀਬ ਜਿਹਾ ਹੋਇਆ। ਤੇ ਹਾਂ, ਇੱਕ ਗੱਲ ਤੇ ਉਸ ਫੈਕਟਰੀ ਦੇ ਵਿੱਚ ਮਸ਼ੀਨਾਂ ਦਾ ਖੜਕਾ ਇੰਨਾ ਸੀ ਕਿ ਮੈਨੂੰ ਜੀ, ਪਹਿਲੀ ਵਾਰੀ ਜਦੋਂ ਮੈਂ ਉੱਥੇ ਅੰਦਰ ਗਿਆ ਤੇ ਮੈਨੂੰ ਭੱਜ ਕੇ ਬਾਹਰ ਨਿਕਲਣਾ ਪਿਆ। ਮੇਰੇ ਕੰਨ ਇੰਨੇ ਨਾਜ਼ੁਕ ਸੀ ਤੇ ਜੀ, ਹੌਲੀ ਹੌਲੀ ਉੱਥੇ ਹੀ ਕੰਮ ਕਰਨਾ ਪਿਆ ਤੇ ਕੰਨ ਵੀ ਠੀਕ ਕੰਨਾਂ ਦੀ ਜੀ, ਜੀ। ਇਲਾਜ ਵੀ ਠੀਕ ਕਰਨਾ ਪਿਆ ਤੇ 3 ਕੁ ਮਹੀਨੇ ਮੈਂ ਹੂੰ। ਉਸ ਉਹਨਾਂ ਦੀ ਫੈਕਟਰੀ ਵਿੱਚ ਕੰਮ ਕੀਤਾ। ਹਾਂਜੀ, ਉਹ ਉਸ ਵਕਤ ਉਹ ਤੁਹਾਡੀ ਉਮਰ ਕੀ ਸੀ? ਉਹ ਤਜਰਬਾ ਮੇਰਾ ਬੜਾ ਅਜੀਬ ਰਿਹਾ ਜੀ। ਮੈਂ ਕਿਉਂਕਿ ਰਾਤਾਂ ਤੇ ਕੰਮ ਸੀ, ਰਾਤਾਂ ਤਕਰੀਬਨ 13.5 ਘੰਟੇ ਦੀ ਡਿਊਟੀ ਹੁੰਦੀ ਸੀ। 5 ਰਾਤਾਂ ਹਾਂਜੀ, ਲਾਉਂਦੇ ਹਾਂਜੀ। ਸੀ ਤੇ ਉਸ ਵੇਲੇ ਮੈਂ ਆਉਂਦੇ ਨੇ ਆ ਕੇ ਇੱਥੇ ਕੋਸ਼ਿਸ਼ ਕੀਤੀ ਹੋਰ ਪੜ੍ਹੇ ਲਿਖੇ ਲੋਕਾਂ ਨੂੰ ਮਿਲਣ ਦੀ, ਆਪਣੇ ਪਿਤਾ ਜੀ ਨੂੰ ਨਾਲ ਲੈ ਕੇ। ਤੇ ਜੀ, 1-2 ਸੱਜਣ ਜਿਹੜੇ ਮਿਲੇ ਉਹਨਾਂ ਨੇ ਕੁਛ ਰਾਏ ਦਿੱਤੀ ਕਿ ਤੁਸੀਂ ਅਪ੍ਰੈਂਟਿਸਸ਼ਿਪ ਲੈ ਲਓ। ਜਾਣੀ ਕਿ ਗਾਈਡੈਂਸ ਉਸ ਵੇਲੇ ਸਾਨੂੰ ਕੋਈ ਨਹੀਂ ਸੀ ਤੇ ਨਹੀਂ ਸੀ। ਹਾਂ। ਜੇ ਸਹੀ ਗਾਈਡੈਂਸ ਉਸ ਵੇਲੇ ਮਿਲ ਜਾਂਦੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਕੁਛ ਹੋਰ ਪਾਸੇ ਨੂੰ ਹੁੰਦੀ। ਪਰ ਜੀ, ਜੀ, ਜਿਸ ਤਰ੍ਹਾਂ ਕਹਿੰਦੇ ਹਨ ਕਿ ਪ੍ਰਮਾਤਮਾ ਜੋ ਵੀ ਕਰਦਾ ਠੀਕ ਹੀ ਕਰਦਾ ਤੇ ਆਪਣੀ ਜੀ, ਕੋਸ਼ਿਸ਼ ਜੀ, ਜਾਰੀ ਰੱਖੀ ਔਰ ਬੜੀ ਜੀ, ਸੰਘਰਸ਼ਮਈ ਜ਼ਿੰਦਗੀ ਜਿਉਂਦੇ ਰਹੇ ਹਾਂ। ਜੀ। ਤੇ ਬਾਕੀ ਜੋ ਤੁਹਾਡੀ ਸਿੱਖੀ ਪਹਿਚਾਣ ਹੈਗੀ ਆ, ਮੈਂ ਉਦੋਂ ਤੁਹਾਡੀ ਉਮਰ ਤਾਂ ਛੋਟੀ ਹੋਣੀ ਆ, ਮੈਂ ਕਿਹਾ ਕਿੰਨੇ ਕੁ ਸਾਲ ਦੇ ਸੀ ਜਦ ਤੁਸੀਂ ਆਏ ਸੀ? ਮੈਂ ਉਦੋਂ 19 ਸਾਲ ਦਾ ਸੀ। 19 ਸਾਲ ਦਾ ਸੀ। ਉਦੋਂ ਤੁਸੀਂ ਆਪਣੀ ਪਗੜੀ ਵਗੈਰਾ ਪਹਿਨਦੇ ਸੀ? ਬਿਲਕੁਲ ਪੂਰਾ। ਮੈਂ ਤਕਰੀਬਨ ਇੱਥੇ ਆ ਕੇ ਹਡਰਸਫੀਲਡ ਜਦੋਂ ਆਇਆ ਤੇ ਇੱਥੇ ਜਿੰਨੇ ਵੀ ਆਪਣੇ ਲੋਕ ਸਾਡੇ ਬਜ਼ੁਰਗ ਜਿੰਨੇ ਪਹਿਲਾਂ ਆਏ ਹੋਏ ਸੀ ਕਿਸੇ ਦੇ ਵੀ ਕੇਸ ਜੀ। ਨਹੀਂ ਸੀ ਰੱਖੇ ਹੋਏ ਕਿਉਂਕਿ ਉਸ ਹਾਂਜੀ, ਵੇਲੇ ਹਾਂਜੀ। ਕੇਸਾਂ ਵਾਲਿਆਂ ਤਕਰੀਬਨ ਆਪਣੀਆਂ ਜੌਬਾਂ ਲੈਣ ਲਈ ਬਹੁਤ ਮੁਸ਼ਕਲ ਆਉਂਦੀ ਸੀ। ਇਸ ਕਰਕੇ ਬਹੁਤ ਹਾਂਜੀ। ਸਾਰੇ ਲੋਕਾਂ ਦੇ ਵਾਲ ਕੱਟੇ ਹੋਏ ਸਨ ਤੇ ਮੈਂ ਯਾ ਤਕਰੀਬਨ 3 ਮਹੀਨੇ ਇਸ ਗੱਲ ਤੇ ਅੜਿਆ ਰਿਹਾ ਕਿ ਮੈਂ ਵਾਲ ਨਹੀਂ ਕਤਲ ਕਰਨੇ। ਤੇ ਹਾਂਜੀ। ਲੇਕਿਨ ਅਖੀਰ ਵਿੱਚ ਮੈਨੂੰ ਵੀ ਹਥਿਆਰ ਸੁੱਟਣੇ ਪਏ ਜੀ। ਕਿਉਂਕਿ ਕੋਈ ਵੀ ਮੈਨੂੰ ਉਸ ਵੇਲੇ ਇੱਕ ਵੀ ਸਿੱਖ ਹਡਰਸਫੀਲਡ ਵਿੱਚ ਪਗੜੀਧਾਰੀ ਨਹੀਂ ਸੀ। ਸਾਰੇ ਜੀ, ਕੋਈ ਵੀ ਜੀ। ਪਗੜੀ ਨਹੀਂ ਪਹਿਨਦਾ ਤੇ ਜੀ। ਇਸ ਕਰਕੇ ਥੋੜੀ ਨਿਰਾਸ਼ਾ ਵੀ ਹੋਈ। ਪਰ ਚਲੋ ਫਿਰ ਹੌਲੀ ਹੌਲੀ ਜ਼ਿੰਦਗੀ ਬਦਲਦੀ ਗਈ ਤੇ ਬਹੁਤ ਬਹੁਤ ਜੀ। ਤਜਰਬਾ ਹੋਇਆ ਸਾਰੇ ਕੰਮਾਂ 'ਚ। ਜੀ, ਜੀ। ਤੇ ਸਭ ਤੋਂ ਪਹਿਲਾਂ ਜਿਹੜਾ ਉੱਥੇ ਗੁਰਸਿੱਖੀ ਦੀ ਜਿਹੜੀ ਗੁਰਸਿੱਖੀ ਵੱਲ ਨੂੰ ਜੋ ਮੇਰਾ ਝੁਕਾਅ ਸੀ ਉਹ ਪਿੰਡ ਤੋਂ ਹੀ ਸ਼ੁਰੂ ਹੋ ਗਿਆ ਸੀ। ਪਹਿਲਾਂ ਛੋਟੀ ਉਮਰ ਤੋਂ ਹੀ ਇਸ ਕਰਕੇ ਇਸ ਪਾਸੇ ਲਗਨ ਸੀ। ਔਰ ਇੱਥੇ ਮੇਰਾ ਖਿਆਲ ਹਡਰਸਫੀਲਡ ਵਿੱਚ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਅਸੀਂ ਲੇਬਰ ਪਾਰਟੀ ਦਾ ਹਾਲ ਬੁੱਕ ਕਰਾ ਕੇ ਜਦੋਂ ਮੈਂ ਇੱਥੇ ਆਇਆ ਤਾਂ ਅਸੀਂ ਮਨਾਇਆ ਸੀ। ਸਭ ਤੋਂ ਪਹਿਲਾਂ ਜੀ। ਇੱਥੇ ਕੋਈ ਗੁਰਦੁਆਰਾ ਨਹੀਂ ਸੀ ਤੇ ਫਿਰ ਹੂੰ। ਬਾਅਦ ਵਿੱਚ ਤਕਰੀਬਨ 62 ਵਿੱਚ ਬਾਥ ਸਟਰੀਟ ਵਿੱਚ ਗੁਰਦੁਆਰਾ ਬਣਿਆ ਹਡਰਸਫੀਲਡ ਤੇ ਜੀ, ਜੀ। ਹਾਂਜੀ। ਹਾਂਜੀ, ਕਿੰਨੇ ਸਾਲ ਤੁਸੀਂ ਫਿਰ ਹਡਰਸਫੀਲਡ 'ਚ ਰਹੇ ਸੀ ਤੇ ਲੀਡਜ਼ ਵਿੱਚ ਕਦੋਂ ਆਏ ਸੀ? ਹਡਰਸਫੀਲਡ ਅਸੀਂ ਜਦੋਂ ਮੈਂ ਇੱਥੇ ਆ ਕੇ ਦੇਖਿਆ ਕਿ ਪੜ੍ਹਾਈ ਕਰਨ ਲਈ ਫੁੱਲ ਟਾਈਮ ਕੰਮ ਕਰਕੇ ਰਾਤ ਨੂੰ ਪੜ੍ਹਾਈ ਕਰਨੀ ਬਹੁਤ ਮੁਸ਼ਕਿਲ ਸੀ ਤੇ ਹੂੰ। ਅਸੀਂ 4 ਭਰਾ ਤੇ 3 ਭੈਣਾਂ ਸੀ ਤੇ ਜੀ। ਖਰਚੇ ਵੀ ਕਾਫੀ ਸਨ। ਉਸ ਵੇਲੇ ਫਾਈਨੈਂਸ਼ੀਅਲੀ ਅਫੋਰਡ ਨਹੀਂ ਕੀਤੀ ਜਾ ਸਕਦੀ ਸੀ ਫੁੱਲ ਟਾਈਮ ਐਜੂਕੇਸ਼ਨ। ਸੋ ਅਸੀਂ ਜੀ, ਡਿਸਾਈਡ ਜੀ। ਕੀਤਾ ਕਿ ਅਸੀਂ 2 ਵੱਡੇ ਭਰਾ ਕੰਮ ਕਰਾਂਗੇ ਤੇ ਬਾਕੀ ਛੋਟਿਆਂ ਨੂੰ ਜਲਦੀ ਮੁਕਾ ਕੇ ਉਹਨਾਂ ਨੂੰ ਪੜ੍ਹਾਈ ਕਰਵਾਵਾਂਗੇ ਪੂਰੀ। ਔਰ ਉਹੀ ਮਿਸ਼ਨ ਜੀ। ਅਸੀਂ ਫਿਰ ਲੈ ਕੇ ਚੱਲਦੇ ਰਹੇ ਹਾਂ ਤੇ ਜੀ, ਜੀ। ਮੈਂ ਖੁਦ ਵੀ ਸਿਟੀ ਐਂਡ ਗਿਲਡਸ ਹਡਰਸਫੀਲਡ ਟੈਕਨੀਕਲ ਕਾਲਜ ਤੋਂ ਕਰ ਲਿਆ ਸੀ। ਲੇਕਿਨ ਜਦੋਂ ਛੋਟੇ ਭਰਾ ਸੁਰਿੰਦਰ ਸਿੰਘ ਨਿੱਜਰ ਜਿਹੜੇ ਕਿ ਸੁਪਰੀਮ ਕੋਰਟ ਦੇ ਜੱਜ ਰਿਟਾਇਰ ਹੋਏ ਆ
ਉਹ ਜੀ, 2 ਸਾਲ ਬਾਅਦ ਸਾਤੋਂ ਇੰਗਲੈਂਡ ਆ ਗਏ ਸਾਡੇ ਕੋਲ, ਤੇ ਉਹਨਾਂ ਨੂੰ ਅਸੀਂ ਜੀ, ਫੁੱਲ ਜੀ, ਟਾਈਮ ਐਜੂਕੇਸ਼ਨ ਤੇ ਲਾ ਦਿੱਤਾ, ਤੇ 2 ਵੱਡੇ ਭਰਾ ਅਸੀਂ ਕੰਮ ਕਰਦੇ ਰਹੇ। ਜੀ, ਜੀ। ਅਸੀਂ ਬਹੁਤ ਹੀ ਵਧੀਆ ਤਕਰੀਬਨ ਜੀ। ਹਾਂਜੀ, ਹਾਂਜੀ, ਹਾਂਜੀ ਹਾਂਜੀ, ਹਾਂਜੀ। 19 1965 ਦੇ ਵਿੱਚ ਅਸੀਂ ਇਰਾਦਾ ਕਰ ਲਿਆ ਸੀ ਕਿ ਅਸੀਂ ਲੀਡਸ ਚਲੇ ਜਾਣਾ ਹੈ, ਔਰ ਅਸੀਂ ਹੂੰ, 1965 ਵਿੱਚ ਸੇਂਟ ਮਾਰਟਿਨਸ ਐਵਨਿਊ ਲੀਡਸ 7 ਵਿੱਚ ਆਪਣਾ ਘਰ ਖਰੀਦ ਲਿਆ ਸੀ, ਜਿਹੜਾ ਕਿ ਜੀ, ਜੀ। ਕੁੱਲ 2,500 ਪਾਉਂਡ ਦਾ ਉਸ ਵੇਲੇ ਮਿਲਿਆ ਸੀ। ਹਾਂਜੀ, ਹਾਂਜੀ, ਪਰ ਉਦੋਂ ਦਿਨਜੀਤ ਜੀ ਜਿਹੜਾ 2,500 ਪਾਉਂਡ ਵੀ ਬਹੁਤ ਜ਼ਿਆਦਾ ਲੱਗਦਾ ਸੀ, ਹਾਂਜੀ ਕਿਉਂਕਿ ਉਦੋਂ ਹਾਂਜੀ ਤਾਂ ਜਿਹੜੀ ਤਨਖਾਹਾਂ ਹੀ ਸਾਰੀਆਂ 5-5, 6-6 ਪਾਉਂਡ ਤਾਂ ਹੁੰਦੀਆਂ ਸੀ ਮੇਰੇ ਖਿਆਲ ਵਿੱਚ। ਹਾਂਜੀ। ਤੇ ਕੁਦਰਤ ਨਾਲ ਅਸੀਂ, ਕਿਉਂਕਿ ਮੇਰੇ ਡੈਡੀ ਜੀ ਵੀ ਕੰਮ ਕਰਦੇ ਸੀ ਤੇ ਅਸੀਂ ਦੋਨੋਂ ਭਰਾ ਕੰਮ ਕਰਦੇ ਸੀ, ਤੇ ਹੂੰ, ਤਿੰਨਾਂ ਨੇ ਅਸੀਂ ਆਉਂਦੇ ਜਦੋਂ ਅਸੀਂ ਹਟਸਫੀਲਡ ਆਏ ਆ, ਪਿਤਾ ਜੀ ਸਾਡੇ ਕਿਸੇ ਦੂਰੋਂ ਨੇੜੇ ਨੇੜੇ ਰਿਸ਼ਤੇਦਾਰ ਦੇ ਘਰ ਰਹਿੰਦੇ ਸੀ, ਇੱਕ ਕਮਰਾ ਲੈ ਜੀ, ਕੇ। ਉੱਥੇ ਜੀ, ਆਉਂਦੇ ਸਾਡਾ ਮਿਸ਼ਨ ਇਹੀ ਸੀ ਕਿ ਜਲਦੀ ਤੋਂ ਜਲਦੀ ਆਪਣਾ ਘਰ ਖਰੀਦੇ ਜਾਵੇ। ਜੀ, ਹਟਸਫੀਲਡ ਪਹੁੰਚਣ ਦੇ 6 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਆਪਣਾ ਘਰ ਕੈਸ਼ ਲੈ ਲਿਆ ਸੀ, ਬਹੁਤ ਹੀ ਜਿਹਦੀ ਵਧੀਆ। ਕੀਮਤ ਜੀ, ਜਿਹਦੀ ਕੀਮਤ ਮੈਂ ਤੁਹਾਡੇ ਸਰੋਤਿਆਂ ਨਾਲ, ਸੁਣਨ ਵਾਲਿਆਂ ਨਾਲ ਸਾਂਝੀ ਹਾਂ, ਕਰਨੀ ਚਾਹੁੰਦਾ। ਜੀ, ਉਹ ਤਕਰੀਬਨ 1962 ਵਿੱਚ ਅਸੀਂ ਉਹ ਘਰ ਖਰੀਦਿਆ 350 ਹੂੰ, ਪਾਉਂਡ ਦਾ, ਜੀ, 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 350 ਪਾਉਂਡ, ਤੇ ਉਹ ਜੀ, ਘਰ ਜੀ, ਅੱਜ ਵੀ ਖੜਾ ਹੈ। ਅਸੀਂ ਕਈ ਵਾਰੀ ਹਾਂ, ਉਹਨਾਂ ਨੂੰ ਬਾਹਰ ਦੇਖਣ ਵੀ ਜਾਈਦਾ, ਤੇ ਜੀ, ਜੀ, ਬਹੁਤ ਅਸੀਂ ਜਲਦੀ ਹੀ ਅਸੀਂ ਫਿਰ ਆਪਣੇ ਭੈਣਾਂ ਭਰਾ ਭਣੋਈਏ ਹੂੰ, ਦੋਸਤ ਮਿੱਤਰ ਜਿੰਨੇ ਵੀ ਲਾਗੇ ਛਾਗੇ ਸੀਗੇ, ਅਸੀਂ ਬਾਊਚਰ ਇੱਥੋਂ ਭੇਜ ਭੇਜ ਕੇ ਅਸੀਂ ਉਹਨਾਂ ਨੂੰ ਜੀ। ਜਲਦੀ ਹੀ ਇੱਥੇ ਮੰਗਵਾ ਲਿਆ ਸੀ। ਮੰਗਵਾ ਲਿਆ, ਮੰਗਵਾ ਲਿਆ। ਜੀ, ਜੀ। ਬਹੁਤ ਹੀ ਵਧੀਆ ਨਿੱਜੀ ਜੀ, ਹੁਣ ਮੇਰੇ ਮਨ ਵਿੱਚ ਇੱਕ ਗੱਲ ਆਉਂਦੀ ਆ ਵੀ ਜਦੋਂ ਆਪਣੇ ਲੋਕ 1960 ਦੇ ਵਿੱਚ 1965 ਦੇ ਵਿੱਚ ਜਦੋਂ ਆ ਰਹੇ ਸੀ ਇੱਥੇ, ਉਦੋਂ ਇਸੇ ਇਰਾਦੇ ਨਾਲ ਆਏ ਸੀ ਵੀ ਅਸੀਂ 5 ਸਾਲ ਰਹਿ ਕੇ ਵਾਪਸ ਚਲੇ ਜਾਣਾ। ਤੁਹਾਡੇ ਮਨ ਵਿੱਚ ਵੀ ਇਹ ਤੁਹਾਡੀ ਵੀ ਇਹੀ ਇੰਟੈਂਸ਼ਨ ਸੀ ਵੀ 5 ਸਾਲ ਕੰਮ ਕਰਨਾ, ਪੈਸੇ ਕਮਾਉਣੇ ਤੇ ਵਾਪਸ ਚਲੇ ਜਾਣਾ? ਹਾਂਜੀ, ਬਿਲਕੁਲ। ਪਹਿਲਾਂ ਬਿਲਕੁਲ ਇਹੀ ਵਿਚਾਰ ਸਾਰਿਆਂ ਦੇ ਹੁੰਦੇ ਸੀ, ਤੇ ਬਹੁਤੇ ਹੂੰ, ਲੋਕਾਂ ਦੇ, ਕਿਉਂਕਿ ਜ਼ਿਆਦਾ ਲੋਕ ਜਿਹੜੇ ਇੱਥੇ ਆਏ ਸਨ ਉਹ ਜ਼ਮੀਨ ਨਾਲ ਜੁੜੇ ਹੋਏ ਸਨ, ਜ਼ਿਮੀਂਦਾਰਾਂ ਕਰਦੇ ਜੀ, ਆਏ ਸਨ। ਉਹਨਾਂ ਦਾ ਕਹਿਣ ਹੂੰ, ਹੁੰਦਾ ਸੀ ਕਿ ਜ਼ਮੀਨ ਖਰੀਦ ਲਈਏ, ਤੇ ਸਾਡਾ ਹੂੰ, ਥੋੜਾ ਵੱਖਰਾ ਪਰਿਵਾਰਕ ਤੌਰ ਤੇ, ਮੇਰਾ ਖਾਸ ਕਰਕੇ ਵੱਖਰਾ ਮਿਸ਼ਨ ਸੀ ਕਿ ਵੱਧ ਜੀ, ਤੋਂ ਵੱਧ ਐਜੂਕੇਸ਼ਨ ਪ੍ਰਾਪਤ ਕੀਤੀ ਜਾਵੇ ਇੱਥੇ, ਬਾਕੀ ਸਾਰੀਆਂ ਗੱਲਾਂ ਛੱਡ। ਸੋ ਅਸੀਂ ਜ਼ਮੀਨ ਵੱਲ ਧਿਆਨ ਨਹੀਂ ਦਿੱਤਾ, ਅਸੀਂ ਐਜੂਕੇਸ਼ਨ ਵੱਲ ਹੀ ਧਿਆਨ ਦਿੱਤਾ ਜ਼ਿਆਦਾ। ਤੇ ਜੀ, 65 ਦੇ ਵਿੱਚ ਲੀਡਸ ਅਸੀਂ ਮੂਵ ਹੋ ਗਏ ਉੱਥੋਂ, ਤੇ ਹੂੰ, 67 ਦੇ ਵਿੱਚ ਕੰਪਲੀਟਲੀ ਇੱਥੇ ਅਸੀਂ ਸ਼ਿਫਟ ਕਰ ਗਏ ਸੀ ਲੀਡਸ ਨੂੰ। ਹੂੰ, ਤੇ ਬਹੁਤ ਤਜਰਬਾ ਬੜਾ ਜੀ, ਅੱਛਾ ਰਿਹਾ ਉੱਥੇ। ਹਡਰਸਫੀਲਡ ਸ਼ਹਿਰ ਨਾਲ ਅੱਜ ਵੀ ਮੇਰਾ ਬਹੁਤ ਪਿਆਰ ਹੈ। ਬਹੁਤ ਸਾਰੇ ਲੋਕ, ਜੀ, ਪੁਰਾਣੇ ਲੋਕ ਜਿਹਨਾਂ ਦਾ ਪਰਿਵਾਰ ਸੀ ਉੱਥੇ, ਜੀ, ਜੀ, ਦੁਆਬੇ ਤੋਂ ਹੀ, ਬਹੁਤੇ ਬਹੁਤੇ ਲੋਕ ਦੁਆਬੇ ਤੋਂ ਹੀ ਸੀ, ਇਸ ਕਰਕੇ ਜੀ, ਕਈ ਰਿਸ਼ਤੇਦਾਰ ਵੀ ਸਨ, ਸਾਰੇ ਉੱਥੇ ਹੀ ਸੀਗੇ। ਇਸ ਕਰਕੇ ਹੂੰ। ਕਾਫੀ ਕਾਫੀ ਸੰਘਰਸ਼ਮਈ ਜੀਵਨ ਰਿਹਾ। ਜੀ, ਜੀ, ਮੇਰਾ ਖਿਆਲ ਜਿਹੜੀ ਹੁੰਦਾ ਜਿੱਦਾਂ ਇਮੀਗ੍ਰੈਂਟਸ ਦੀ ਤਾਂ ਜ਼ਿੰਦਗੀ ਏਦਾਂ ਦੀ ਹੁੰਦੀ ਆ ਵੀ ਉਹਨਾਂ ਦੀ ਸੰਘਰਸ਼ ਹੁੰਦੀ ਆ, ਲੇਕਿਨ ਫਿਰ ਵੀ ਤੁਹਾਡੀ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਵੀ ਤੁਹਾਡਾ ਸੰਘਰਸ਼ ਥੋੜ੍ਹੇ ਚਿਰ ਲਈ ਸੀ, ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਘਰ ਲੈ ਲਿਆ, ਫਿਰ ਤਾਂ ਤੁਸੀਂ ਪੂਰੀ ਤਰ੍ਹਾਂ ਸੈਟਲ ਹੋ ਗਏ ਤੇ ਹੁਣ ਤਾਂ ਤੁਸੀਂ ਇਸੇ ਦੇ ਸ਼ਹਿਰੀ ਬਣ ਚੁੱਕੇ ਹੋ ਜੀ। ਹਾਂਜੀ, ਬਿਲਕੁਲ। ਫਿਰ ਸ਼ਹਿਰੀ ਮੈਂ ਪਹਿਲਾਂ ਨਹੀਂ ਬਣਿਆ। ਸ਼ਹਿਰੀ ਮੈਂ ਉਦੋਂ ਬਣਿਆ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ ਅਟੈਕ ਹੋਇਆ। ਉਸ ਤੋਂ ਜੀ, ਬਾਅਦ ਮੈਂ ਮਨ ਬਣਾਇਆ ਕਿ ਮੈਂ ਆਪਣਾ ਜਿਹੜੀ ਸ਼ਹਿਰੀਅਤ ਹੈ ਮੈਂ ਉਹ ਚੇਂਜ ਕਰ ਲੈਣੀ ਹੈ। ਇਸ ਤੋਂ ਪਹਿਲਾਂ ਮੈਂ ਬਿਲਕੁਲ ਇੰਡੀਅਨ ਹੀ ਪਾਸਪੋਰਟ ਵਗੈਰਾ ਸਭ ਕੁਝ ਰੱਖਿਆ ਹੋਇਆ ਸੀ, ਤੇ ਜੀ, ਜੀ, ਬ੍ਰਿਟਿਸ਼ ਸਿਟੀਜ਼ਨਸ਼ਿਪ ਲੈਣ ਬਾਰੇ ਨਹੀਂ ਸੀ ਸੋਚਿਆ। ਲੇਕਿਨ ਜਦੋਂ ਜੀ, ਜੀ, 1984 ਵਿੱਚ ਦਰਬਾਰ ਸਾਹਿਬ ਅਟੈਕ ਹੋਇਆ ਤੇ ਦਿਲ ਨੂੰ ਬਹੁਤ ਬੁਰਾ ਲੱਗਿਆ, ਤੇ ਹੂੰ, ਬਹੁਤ ਦੁੱਖ ਹੋਇਆ, ਤੇ ਜੀ, ਉਹ ਉਸ ਵੇਲੇ ਰੰਜਿਸ਼ ਵੀ ਆਈ ਕਿ ਉਹ ਤੁਹਾਡਾ ਮੁਲਕ ਕਿਵੇਂ ਹੋ ਸਕਦਾ ਜਿਹੜਾ ਇੰਨਾ ਘਟੀਆ ਕੰਮ ਤੁਹਾਡੇ ਆਪਣੇ ਹੀ ਧਰਮ ਉੱਤੇ ਇੰਨਾ ਜ਼ੁਲਮ ਕਰਦਾ ਹੈ। ਤੇ ਉਸ ਹੂੰ। ਚੀਜ਼ ਨੂੰ ਲੈ ਕੇ ਫਿਰ ਮੈਂ ਆਪਣੀ ਸ਼ਹਿਰੀਅਤ ਜਿਹੜੀ ਆ, ਮੈਂ ਬ੍ਰਿਟਿਸ਼ ਸਿਟੀਜ਼ਨਸ਼ਿਪ ਲੈ ਲਈ ਸੀ। ਹਾਂਜੀ, ਹਾਂਜੀ, ਇਹ ਨਿੱਜੀ ਜੀ ਬਿਲਕੁਲ ਮੈਂ ਤੁਹਾਡੀ ਇਸ ਗੱਲ ਤੇ ਸਹਿਮਤ ਹਾਂ। ਮੇਰੀ ਵੀ ਆਪਣੀ ਜਿਹੜੀ ਹੈਗੀ ਆ ਤੁਸੀਂ ਕਦੋਂ ਆਪਾਂ ਰਿਸਰਚ ਸਮਝ ਲਓ ਇਹੀ ਕਹਿੰਦੀ ਆ ਵੀ 84 ਤੋਂ ਬਾਅਦ ਹੀ ਜਿੰਨੇ ਆਪਣਾ ਜਿਹੜੀ ਨੌਜਵਾਨ ਜਿਹੜੀ ਆਪਣੀ ਪੀੜ੍ਹੀ ਸੀਗੀ, ਉਹ ਆ ਕੇ ਉਹਨਾਂ ਨੇ ਆਪਣੀ ਸਿੱਖੀ ਪਹਿਚਾਣ ਧਾਰਨ ਕਰ ਲਈ, ਆਪਣੀ ਜਿਹੜੀ ਆਇਡੈਂਟਿਟੀ ਬੜੀ
ਪੂਰੀ ਤਰ੍ਹਾਂ ਉਹਨਾਂ ਨੇ ਧਾਰਨ ਕਰ ਲਈ। ਇਸ ਚੀਜ਼ ਦਾ ਅਸਰ ਲੋਕਾਂ ਦੇ ਇੱਕ ਗੱਲੋਂ ਚਲੋ ਮਾੜੀ ਗੱਲ ਵੀ ਸੀ, ਲੇਕਿਨ ਪੋਜ਼ੀਟਿਵ ਅਸਰ ਜ਼ਰੂਰ ਹੋ ਗਿਆ ਵੀ ਆਪਣੇ ਲੋਕਾਂ ਦਾ ਆਪਣੇ ਸਿੱਖੀ ਨੂੰ ਨਾਲ ਜੋੜਨ ਦਾ ਜਿਹੜਾ ਹੈਗਾ ਇਰਾਦਾ ਬੜਾ ਪੱਕਾ ਹੋ ਗਿਆ ਤੇ ਜਿਹਦੇ ਨਾਲ ਕਿ ਬੜੀ ਤਰੱਕੀ ਹੋਈ ਆ ਤੇ ਬਹੁਤ ਵਧੀਆ ਹੁਣ ਆਪਣੀ ਸਿੱਖਾਂ ਦੀ ਪਹਿਚਾਣ ਇਸ ਦੇਸ਼ ਵਿੱਚ ਬਣ ਚੁੱਕੀ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਇਹ ਕਹਾਂਗੀ ਵੀ ਤੁਸੀਂ ਇੱਥੇ ਰਹਿੰਦਿਆਂ ਨੂੰ ਬਹੁਤ ਚਿਰ ਹੋ ਗਿਆ, ਇੱਥੇ ਮੇਰਾ ਖਿਆਲ ਤਕਰੀਬਨ ਤੁਹਾਨੂੰ 50 ਸਾਲ ਹੋਣ ਵਾਲੇ ਇੱਥੇ ਰਹਿੰਦਿਆਂ ਨੂੰ? ਹਾਂਜੀ 50 ਤੋਂ ਜ਼ਿਆਦਾ ਹੋ ਗਏ ਜੀ। 50 ਤੋਂ ਜ਼ਿਆਦਾ ਹੋ ਗਏ, ਹਾਂਜੀ। 50 ਸਾਲਾਂ ਦੇ ਵਿੱਚ ਨਿੱਜੀ ਜੀ ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਇੱਥੇ ਆ ਕੇ ਕੀ ਖੱਟਿਆ? ਇੱਥੇ ਮੇਰਾ ਖਿਆਲ ਸਭ ਤੋਂ ਪਹਿਲੀ ਚੀਜ਼ ਤਾਂ ਜਿਹੜੀ ਸੀ ਅਸੀਂ ਸੁਰੱਖਿਅਤ ਹੋ ਗਏ ਆਪਣੇ ਇਕਨੋਮਿਕਲੀ ਅਸੀਂ ਇੰਡੀਪੈਂਡੈਂਟ ਹੋ ਗਏ ਹੂੰ, ਤੇ ਜੀ, ਜੋ ਕੁਛ ਵੀ ਜਿਹੜੀ ਸਭ ਤੋਂ ਵਧੀਆ ਚੀਜ਼ ਮੈਨੂੰ ਇੱਥੇ ਮਿਲੀ ਆ ਉਹ ਮੈਂ ਐਜੂਕੇਸ਼ਨ ਹੀ ਕਹੂੰਗਾ ਤੇ ਜੀ, ਐਜੂਕੇਸ਼ਨ ਦੇ ਸਿਰ ਤੇ ਅਸੀਂ ਸਾਰਾ ਪਰਿਵਾਰ ਜਿਹੜਾ ਆ ਤੇ ਅੱਜ ਤਾਈਂ ਵੀ ਮੈਂ ਪਹਿਲ ਜਿਹੜੀ ਆ ਐਜੂਕੇਸ਼ਨ ਨੂੰ ਹੀ ਹੂੰ, ਦਿੰਦਾ ਤੇ ਜੀ, ਸਾਡਾ ਸਾਰਿਆਂ ਦਾ ਹੀ ਹੱਲ ਸਾਰੀ ਦੁਨੀਆ ਦਾ ਹੱਲ ਦਰਅਸਲ ਵਧੀਆ ਵਿੱਦਿਆ ਵਿੱਚ ਹੀ ਆ ਜੇ ਜੇ ਹੂੰ, ਵਿੱਦਿਆ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਸਾਰੇ ਮਸਲੇ ਹੱਲ ਕਰ ਸਕਦੇ ਹੋ ਤੇ ਸਹੀ ਤਰ੍ਹਾਂ ਦੀ ਵਿੱਦਿਆ ਤੁਹਾਨੂੰ ਮਿਲ ਜਾਵੇ ਔਰ ਤੁਸੀਂ ਨੇਕ ਦਿਲੀ ਨਾਲ ਆਪਣੀ ਮਿਹਨਤ ਦਸਨ ਦੀ ਕਿਰਤ ਕਮਾਈ ਕਰੋ ਤੇ ਕਦੇ ਵੀ ਘਾਟਾ ਨਹੀਂ ਆਉਂਦਾ ਤੇ ਮੈਂ ਬਹੁਤ ਮਸ਼ਕੂਰ ਫੀਲ ਕਰਦਾ ਅਸੀਂ ਪਰਮਾਤਮਾ ਨੇ ਬੜਾ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਆ ਜਿਹੜਾ ਅਸੀਂ ਇੱਥੇ ਆ ਗਏ ਉਸ ਉਮਰ ਵਿੱਚ ਤੇ ਉਸ ਤੋਂ ਬਾਅਦ ਪਰਮਾਤਮਾ ਨੇ ਤਰੱਕੀਆਂ ਹੀ ਤਰੱਕੀਆਂ ਬਖਸ਼ੀਆਂ ਬਾਕੀ ਹਿੱਸੇ ਆਉਂਦੇ ਦੁੱਖ ਸੁੱਖ ਜਿਸ ਤਰ੍ਹਾਂ ਬਾਕੀ ਭੈਣਾਂ ਭਰਾਵਾਂ ਨੂੰ ਮਿਲਦੇ ਆ ਸਾਡੇ ਹਿੱਸੇ ਵੀ ਆਏ ਅਸੀਂ ਵੀ ਦੁੱਖ ਵਿੱਚੋਂ ਵੀ ਲੰਘੇ ਹਾਂ ਸੁੱਖ ਵਿੱਚੋਂ ਵੀ ਲੰਘੇ ਜੀ, ਹਾਂ ਜੀ, ਜ਼ਿੰਦਗੀ ਜੀ। ਦੇ ਸਾਰੇ ਸਾਰੇ ਹਾਂਜੀ, ਹਾਂਜੀ, ਤੌਰ ਬਿਲਕੁਲ ਤਰੀਕੇ ਦੇਖੇ ਆ ਬਿਲਕੁਲ ਨਿੱਜਤ ਹਾਂਜੀ ਜੀ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੈਂ ਇਹ ਸੋਚਦੀ ਹਾਂ ਵੀ ਅਗਰ ਤੁਹਾਨੂੰ ਤੁਹਾਡੇ ਮਨ ਵਿੱਚ ਇੰਨਾ ਇਰਾਦਾ ਸਮਝ ਲਓ ਜਾਂ ਤਮੰਨਾ ਸੀ ਵੀ ਮੈਂ ਇੱਥੇ ਆ ਕੇ ਪੜ੍ਹਨਾ ਆ ਤੇ ਆਪੇ ਕਾਮਯਾਬ ਹੋਣਾ, ਜਿਹੜੇ ਕਿ ਤੁਸੀਂ ਹੋ ਵੀ ਗਏ ਹੋ। ਲੇਕਿਨ ਤੁਸੀਂ ਇਹ ਮਨ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਵੀ ਜਿਹੜੀ ਪੜ੍ਹਾਈ ਬਾਰੇ ਕਾਫ਼ੀ ਧਿਆਨ ਦਿਓ ਤਾਂ ਬੱਚੇ ਅੱਜ-ਕੱਲ੍ਹ ਕੀ ਕਰਦੇ ਆ? ਸਾਰੇ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਮੇਰੇ 4 ਬੇਟੀਆਂ ਹਨ ਇੱਕ ਬੇਟਾ ਹੈ ਜੀ, ਤੇ ਚਾ ਪੰਜੇ ਜਣੇ ਗ੍ਰੈਜੂਏਟ ਹੈ ਜੀ, ਤੇ ਵੱਡੀ ਲੜਕੀ ਜਿਹਦਾ ਜਨਮ 1964 ਦਾ ਹੈ ਤੇ ਜੀ, ਜੀ, ਉਹ ਸਾਰਿਆਂ ਤੋਂ ਵੱਡੀ ਆ ਤੇ ਜੀ, ਉਹ ਮੇਰਾ ਖਿਆਲ ਪਹਿਲੀ ਲੜਕੀ ਹੈ ਸ਼ਾਇਦ ਜਾਂ ਪਹਿਲੀਆਂ ਵਿੱਚੋਂ ਇੱਕ ਲੜਕੀ ਹੈ ਜਿਹਨੇ ਲੀਡਸ ਤੋਂ ਡੈਂਟਿਸਟਰੀ ਪਾਸ ਕੀਤੀ ਅੱਛਾ ਤੇ ਜੀ। ਉਹ 1900 ਕਾਫੀ ਚਿਰ ਚ ਅੱਜ ਕੱਲ ਤਾਂ ਵਿਆਹ ਕਰਕੇ ਤਾਂ ਬੱਚੇ ਵੀ ਵੱਡੇ ਹੋ ਚੁੱਕੇ ਆ ਤੇ ਜੀ, 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 ਉਹਨੇ ਵੱਡੀ ਨੇ ਡੈਂਟਿਸਟਰੀ ਕੀਤੀ ਸੀ ਤੇ ਉਸ ਤੋਂ ਛੋਟਾ ਮੇਰਾ ਬੇਟਾ ਆ ਉਸਨੇ ਕੈਮੀਕਲ ਇੰਜੀਨੀਅਰਿੰਗ ਕਰਕੇ ਪਰ ਉਹ ਆਪਣਾ ਕੈਰੀਅਰ ਉਹਨੇ ਚੇਂਜ ਕਰ ਲਿਆ ਤੇ ਉਹ ਹੂੰ, ਫਾਈਨੈਂਸ਼ੀਅਲ ਹੂੰ, ਕੰਸਲਟੈਂਟ ਹੈ ਇਸ ਵੇਲੇ ਤੇ ਜੀ, ਜੀ, ਲੀਡਸ ਵਿੱਚ ਹੀ ਸਾਡੇ ਕੋਲ ਹੀ ਕਰ ਲਿਆ ਹੋਇਆ ਇੱਥੇ ਕੋਲ ਹੀ ਰਹਿੰਦੇ ਆ ਹੂੰ, 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 ਤੇ ਲੱਕੀਲੀ ਮੇਰਾ ਸੁਭਾਅ ਜ਼ਿਆਦਾ ਝੁਕਾਅ ਜਿਹੜਾ ਸੀਗਾ ਐਜੂਕੇਸ਼ਨ ਵੱਲ ਨੂੰ ਸੀ ਤੇ ਹੂੰ, ਕਿਸਮਤ ਨਾਲ ਨੂੰਹ ਰਾਣੀ ਵੀ ਬਹੁਤ ਪੜ੍ਹੀ ਲਿਖੀ ਮਿਲੀ ਜਿਹੜੀ ਕਿ ਚਾਰਟਰਡ ਅਕਾਊਂਟੈਂਟ ਹੈ ਔਰ ਜੀ, ਹਾਈਲੀ ਜੀ, ਸਕਸੈਸਫੁਲ ਹੈਗੀ ਹੈ ਜੀ, ਇੰਟਰਨੈਸ਼ਨਲ ਜੀ, ਡਾਇਰੈਕਟਰ ਹੈ ਵੱਡੀ ਫਰਮ ਦੀ ਸੋ ਇਸ ਤਰ੍ਹਾਂ ਜੀ, ਜੀ, ਐਜੂਕੇਸ਼ਨ ਦੇ ਸਹਾਰੇ ਨਾਲ ਤੇ ਬਾਕੀ ਮੈਂ ਕਮਿਊਨਿਟੀ ਵਿੱਚ ਵੀ ਪੂਰਾ ਹਿੱਸਾ ਲੈਂਦਾ ਰਿਹਾ ਜਿੰਨਾ ਕੁ ਹੋ ਸਕਿਆ ਤੇ ਜੀ, 1977 ਤੋਂ ਲਾ ਕੇ ਲੀਸ ਦੇ ਗੁਰਦੁਆਰੇ ਜੀ, ਨਾਲ ਤਕਰੀਬਨ ਸਰੋਕਾਰ ਰਿਹਾ ਹੈਗਾ ਜਿਹੜਾ ਮੇਨ ਜੀ, ਗੁਰਦੁਆਰਾ ਜਗਤਪੁਰ ਤੇ ਇੱਥੇ ਵੀ ਜੀ, ਕਾਫੀ ਉਥਲ ਪਥਲ ਦੇਖਣ ਨੂੰ ਆਈ 1984 ਜੀ, ਵੀ ਇੱਥੇ ਹੀ ਕੱਟੀ ਤੇ ਜੀ, ਬਹੁਤ ਸਾਰੀਆਂ ਚੀਜ਼ਾਂ ਹੋਈਆਂ ਤੇ ਪੂਰਾ ਪੂਰਾ ਜਿੰਨਾ ਯੋਗਦਾਨ ਪਾ ਸਕੇ ਕਮਿਊਨਿਟੀ ਦੇ ਵਿੱਚ ਪਹਿਲਾਂ ਤੋਂ ਪਿੰਡ ਤੋਂ ਹੀ ਲਗਨ ਸੀ ਲੋਕਾਂ ਦੇ ਨਾਲ ਮਿਲਣ ਗਿਲਣ ਜੀ, ਦੀ ਲੋਕਾਂ ਦੀਆਂ ਤਕਲੀਫਾਂ ਸੁਣਨ ਦੀ ਮਸਲੇ ਹੱਲ ਕਰਨ ਦੀ ਪੰਜਾਬੀ ਨਾਲ ਮੈਨੂੰ ਡੂੰਘਾ ਪਿਆਰ ਹੈ ਤੇ ਬਹੁਤ ਅਹ, ਹਾਂਜੀ, ਹਾਂਜੀ, ਬਹੁਤ ਹੀ ਵਧੀਆ ਨਿੱਜਰ ਜੀ, ਬਹੁਤ ਹੀ ਵਧੀਆ। ਮੈਂ ਸੋਚਦੀ ਹਾਂ ਵੀ ਜਦੋਂ ਆਪਣੇ ਲੋਕਾਂ ਦੇ ਨਾਲ ਗੱਲਬਾਤ ਹੁੰਦੀ ਆ, ਹਮੇਸ਼ਾ ਉਹਨਾਂ ਦਾ ਤਜਰਬਾ ਜਾਂ ਉਹਨਾਂ ਦਾ ਇਹੀ ਰਿਐਕਸ਼ਨ ਹੁੰਦਾ ਵੀ ਬੇਸ਼ੱਕ ਅਸੀਂ ਇੱਥੇ ਆ ਕੇ ਬਹੁਤ ਕਾਮਯਾਬ ਹੋ ਗਏ ਹਾਂ, ਪੈਸਾ ਸਾਡੇ ਕੋਲ ਹੋ ਗਿਆ, ਲੇਕਿਨ ਅਸੀਂ ਜੋ ਆਪਣੇ ਜਿਹੜੇ ਬੱਚੇ ਨੇ, ਉਹ ਸਾਡੇ ਹੱਥਾਂ ਚੋਂ ਨਿਕਲ ਚੁੱਕੇ ਆ, ਉਹ ਅਸੀਂ ਗਵਾ ਲਏ ਨੇ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ?
ਹਾਂਜੀ, ਇਹ ਜਿਹੜੀ ਚੀਜ਼ ਹੈ ਮੈਂ ਵੀ ਕਿਸੇ ਹੱਦ ਤੱਕ ਇਸ ਨਾਲ ਸਹਿਮਤ ਹਾਂ, ਪਰ ਅਸੀਂ ਇੰਡੀਵਿਜੂਅਲ ਤੌਰ ਤੇ ਬਹੁਤ ਕਾਮਯਾਬ ਹੋਏ ਹਾਂ। ਇੰਡੀਵਿਜੂਅਲ ਜੀ। ਫੈਮਿਲੀਜ਼ ਰੱਖ ਲਓ ਜਾਂ ਇੰਡੀਵਿਜੂਅਲ ਪਰਸਨਲ ਤੁਸੀਂ ਆਪਣੀ ਰੱਖ ਲਓ, ਲੇਕਿਨ ਜੀ। ਸਮੂਹਿਕ ਤੌਰ ਤੇ ਜਿਵੇਂ ਕਿ ਸਾਡੇ ਹੂੰ। ਗੁਰਦੁਆਰਾ, ਸਾਡਾ ਗੁਰਦੁਆਰਾ ਜਿਹੜਾ ਆ ਸਿੱਖਾਂ ਦਾ, ਇਹ ਸਭ ਤੋਂ ਵੱਡੀ ਇੰਸਟੀਟਿਊਸ਼ਨ ਸਿੱਖਾਂ ਦੀ ਗੁਰਦੁਆਰਾ ਹੈ। ਜੀ। ਜੇਕਰ ਗੁਰਦੁਆਰੇ ਦੀ ਲੀਡਰਸ਼ਿਪ ਜਾਂ ਗੁਰਦੁਆਰੇ ਦੇ ਪ੍ਰਬੰਧਕ ਅਗਾਂਹ ਵਧੂ ਸੋਚਦੇ ਹੋਣ, ਜਿਨ੍ਹਾਂ ਨੂੰ ਜਿਹੜੇ ਕਿ ਸਾਰੀ ਦੁਨੀਆ ਦੇ ਮਸਲਿਆਂ ਨੂੰ ਚੰਗੀ ਤਰ੍ਹਾਂ ਸਮਝ ਕੇ ਅੱਗੇ ਚੱਲ ਸਕਦੇ ਹੋਣ, ਤਾਂ ਹੂੰ। ਸਾਡੇ ਮਸਲੇ ਬਹੁਤ ਹੱਲ ਹੋ ਸਕਦੇ ਸੀ ਔਰ ਹੋ ਸਕਦੇ ਹਨ। ਪਰ ਜਿਸ ਗੱਲ ਤੋਂ ਜੀ। ਮਾਯੂਸੀ ਹੁੰਦੀ ਹੈ, ਅੱਜ ਵੀ ਮੈਂ ਇਹ ਦੇਖਦਾ, ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਆ, ਇਹ ਬਿਲਕੁਲ ਹੀ ਦੁਨੀਆ ਬਾਕੀ ਧਰਮਾਂ ਦੇ ਮੁਕਾਬਲੇ ਅਸੀਂ ਉਹੋ ਜਿਹਾ ਵਧੀਆ ਪ੍ਰਬੰਧ ਜਿਹੜਾ ਸਾਡੇ ਗੁਰੂਆਂ ਦੇ ਆਸ਼ੇ ਮੁਤਾਬਕ ਨਹੀਂ ਦੇ ਸਕੇ। ਜਿਸ ਗੁਰੂ ਘਰ ਵਿੱਚ ਸਭੇ ਸਾਂਝੀ ਬਾਲ ਸਦਾਇਣ, ਕੋਈ ਨਾ ਦਿਸੇ ਬਾਹਰਾ ਜੀਓ ਵਾਲੀ ਪਿਰਤ ਨਹੀਂ ਹੈ, ਜਿੱਥੇ ਅਸੀਂ ਤਰ੍ਹਾਂ ਤਰ੍ਹਾਂ ਦੇ ਕੌਨਸਟੀਟਿਊਸ਼ਨ ਬਣਾ ਕੇ ਤੇ ਕਬਜ਼ੇ ਰੱਖਣ ਤਾਈਂ ਮਸਰੂਫ ਰਹੇ ਹਾਂ। ਲੇਕਿਨ ਮੈਂ ਇਹਨਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਖੁਦ ਆਪਣੀ ਫੈਮਿਲੀ ਦੇ ਤੌਰ ਤੇ ਲੰਘਿਆ ਹਾਂ ਕਿ ਬੱਚਿਆਂ ਦੇ ਰਿਸ਼ਤੇ ਕਿਸ ਤਰ੍ਹਾਂ ਕਰਨੇ ਆ, ਐਜੂਕੇਸ਼ਨ ਕਿਸ ਤਰ੍ਹਾਂ ਕਰਨੀ ਆ, ਅੱਗੇ ਇਹਨਾਂ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਹੈ। ਪਰ ਜੇ ਤੁਸੀਂ ਦੇਖੋ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਮੈਨੂੰ ਕਹਿਣ 'ਚ ਕੋਈ ਡਰ ਨਹੀਂ ਹੈ ਕਿ ਮਾਯੂਸੀ ਹੋਈ ਹੈ ਕਿ ਸਾਡੀ ਜਿਹੜੀ ਗੁਰਦੁਆਰਿਆਂ ਦੀ ਲੀਡਰਸ਼ਿਪ ਆ, ਨਾ ਇਹਨੂੰ ਚੁਣਨ ਦਾ ਵਧੀਆ ਤਰੀਕਾ ਅਸੀਂ ਅਪਣਾ ਸਕੇ ਹਾਂ, ਨਾ ਹੀ ਚੁਣੇ ਹੋਇਆਂ ਨੂੰ ਲਾਉਣ ਦਾ ਵਧੀਆ ਸਿਵਲਾਈਜ਼ ਤਰੀਕਾ ਅਪਣਾ ਚੁੱਕੇ ਹਾਂ। ਮੈਂ ਕਾਫੀ ਇੰਗਲੈਂਡ ਵਿੱਚ ਇਸ ਦੀ ਛਾਣਬੀਣ ਵੀ ਕੀਤੀ, ਪਰ ਕੋਈ ਵੀ ਮੈਨੂੰ ਇਹੋ ਜਿਹਾ ਵਧੀਆ ਇੰਟੈਲੈਕਚੁਅਲ ਬੰਦਾ ਵੀ ਨਹੀਂ ਮਿਲਿਆ ਜਿਹੜਾ ਵਧੀਆ ਤਰੀਕਾ ਦੱਸ ਸਕੇ। ਤੇ ਇਸ ਕਰਕੇ ਥੋੜੀ ਇਸ ਪਾਸਿਓਂ ਮਾਯੂਸੀ ਹੁੰਦੀ ਹੈ, ਲੇਕਿਨ ਓਵਰਆਲ ਅਸੀਂ ਬਹੁਤ ਕੁਝ ਅਚੀਵ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਆਪਣੀ ਕਮਿਊਨਿਟੀ ਨੇ ਹੱਦਾਂ ਬੰਨੇ ਬਹੁਤ ਪਾਰ ਕੀਤੇ ਆ, ਪਰ ਜੀ। ਜੀ। ਸਾਨੂੰ ਜਿੱਥੇ ਤੱਕ ਇਵੋਲਵ ਹੋਣਾ ਚਾਹੀਦਾ ਹੈ, ਸਾਡੇ ਖਿਆਲ ਨੂੰ ਜਿਹੜੀ 10ਵੇਂ ਪਾਤਸ਼ਾਹ ਦੀ ਜਿਹੜੀ ਸੋਚ ਸੀ, ਉਹਨੂੰ ਅੱਗੇ ਉਹਨਾਂ ਨੇ 5 ਪਿਆਰੇ ਤਾਂ ਹੀ ਉਹਨਾਂ ਨੇ ਸਾਜੇ ਸਨ ਕਿ ਇਹ ਜਿਹੜੀ ਸੋਚ ਆ, ਇਹਨੂੰ ਉਹਨਾਂ ਨੇ ਜਿਸ ਤਰ੍ਹਾਂ ਸਮਾਂ ਬੀਤਣਾ ਆ, ਇਵੋਲਵ ਕਰਨਾ, ਉਹ ਅਸੀਂ ਇਵੋਲਵ ਕਰਨ ਵਿੱਚ ਨਾ ਕਾਮਯਾਬ ਰਹੇ ਹਾਂ, ਇਹ ਮੇਰਾ ਖਿਆਲ ਹੈ। ਜੀ। ਜੀ। ਜਿਹੜੀ ਜੇ ਮੈਂ ਤੁਹਾਡੀ ਨਿਰਾਸਤਾ ਤਾਂ ਮੈਂ ਦੇਖ ਸਕਦੀ ਹੈਗੀ ਹਾਂ ਵੀ ਚਲੋ ਇਹਦੇ ਵਿੱਚ ਜਿਹੜੇ ਗੁਰਦੁਆਰੇ ਨੇ ਉਹ ਵੀ ਆਪਣਾ ਬਹੁਤ ਵੱਡਾ ਜਿਹੜਾ ਰੋਲ ਅਦਾ ਕਰ ਸਕਦੇ ਸੀ, ਲੇਕਿਨ ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਵੀ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ, ਇੱਥੇ ਹੀ ਪੈਦਾ ਹੋ ਕੇ ਉਹ ਬੜੇ ਹੋਏ ਨੇ ਤੇ ਸਕੂਲਾਂ ਵਿੱਚ ਜਾਂਦੇ ਨੇ, ਤੇ ਸਕੂਲਾਂ ਦੀ ਪਾਲਿਸੀ ਜਿਹੜੀ ਹੈਗੀ ਆ, ਐਜੂਕੇਸ਼ਨ ਜਿਹੜੀ ਫਿਲਾਸਫੀ ਇਸ ਦੇਸ਼ ਦੀ ਬਲੈਕ ਦੀ ਇਹੀ ਆ ਵੀ ਇਹ ਤੁਹਾਨੂੰ ਇੰਡੀਪੈਂਡੈਂਟ ਰਹਿਣਾ, ਆਪਣੇ ਆਪ ਤੇ ਨਿਰਭਰ ਰਹਿਣਾ ਸਿਖਾਉਂਦੀ ਆ। ਇਹ ਜੁਆਇੰਟ ਫੈਮਲੀਆਂ ਜਾਂ ਫੈਮਲੀਆਂ ਤੇ ਨਿਰਭਰ ਹੋਣਾ ਨਹੀਂ ਸਿਖਾਉਂਦੀ। ਇਸ ਚੀਜ਼ ਦਾ ਵੀ ਤਾਂ ਅਸਰ ਹੈ, ਇਸ ਕਰਕੇ ਸਾਡੇ ਬੱਚੇ ਜਿਹੜੇ ਸਾਰੇ ਥੋੜੇ ਲੋਕੀ ਕਹਿ ਰਹੇ ਵੀ ਸਾਡੇ ਬੱਚੇ ਦੂਰ ਹੋ ਗਏ, ਅਸੀਂ ਬੱਚੇ ਗਵਾ ਲਏ, ਇਹਦਾ ਅਸਰ ਐਜੂਕੇਸ਼ਨ ਦਾ ਅਸਰ ਨਹੀਂ ਹੈਗਾ ਜਨਰੇਸ਼ਨ ਤੇ। ਇਹ ਜਿਹੜੀਆਂ ਚੀਜ਼ਾਂ ਆ, ਇਹ ਇਸੇ ਕਰਕੇ ਆ ਕਿਉਂਕਿ ਸਾਰੇ ਮਾਪੇ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਸਾਰੇ ਮਾਪਿਆਂ ਹੂੰ। ਦੀ ਸੋਚ ਇੰਨੀ ਅਗਾਂਹਵਧੂ ਵੀ ਨਹੀਂ ਹੁੰਦੀ, ਕਿਉਂਕਿ ਵੱਖਰੇ ਵੱਖਰੇ ਕਿਸਮ ਦੇ ਅਸੀਂ ਵੱਖਰੇ ਵੱਖਰੇ ਲੈਵਲ ਤੇ ਸਾਡੀ ਸਮਝ ਹੁੰਦੀ ਹੈ। ਲੇਕਿਨ ਹੂੰ। ਜੇ ਸਾਡੇ ਜਿਹੜੇ ਸਫੇਰਤ ਲੋਕ ਆ, ਸੋਚਵਾਨ ਲੋਕ ਆ, ਜਿਹੜੇ ਅੱਗੇ 10 20 50 ਸਾਲ ਤਾਈਂ ਅੱਗੇ ਸੋਚ ਸਕਦੇ ਆ, ਅਸੀਂ ਸਾਡਾ ਕੋਈ ਪ੍ਰਬੰਧ ਇਹੋ ਜਿਹਾ ਨਹੀਂ ਬਣਿਆ ਜਿਹਦੇ ਨਾਲ ਅਸੀਂ ਉਹ ਘਾਟਾਂ ਪੂਰੀਆਂ ਕਰ ਸਕੀਏ। ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਜੇ ਕੋਈ ਮਾਂ-ਬਾਪ, ਮੇਰੇ ਮਾਂ-ਬਾਪ ਟੋਟਲੀ ਅਨਪੜ੍ਹ ਸਨ, ਲੇਕਿਨ ਜੀ। ਮੇਰੇ ਪਿੰਡ ਦਾ ਮਾਹੌਲ ਇਹੋ ਜਿਹਾ ਸੀ ਕਿ ਉੱਥੇ ਬਜ਼ੁਰਗ ਹੂੰ। ਕੁਛ ਫੌਜੀ ਰਿਟਾਇਰ ਹੋ ਕੇ ਆਏ ਹੋਏ ਸਨ, ਕੁਛ ਅਕਾਲੀ ਹੂੰ। ਪਰਿਵਾਰ ਸਨ ਜਿਹੜੇ ਬਹੁਤ ਮਗਨ ਸਨ, ਪਰ ਜੀ। ਇਨਵੋਲਵ ਸਨ ਸਾਰੇ ਪਾਸੇ। ਉਹਦਾ ਅਸਰ ਮੇਰੇ ਹੂੰ। ਬਚਪਨ ਵਿੱਚ ਮੇਰੇ ਤੇ ਪਿਆ। ਮੇਰੇ ਮਾਂ-ਬਾਪ ਨੇ ਤਾਂ ਮੈਨੂੰ ਕੋਈ ਖਾਸ ਸਿੱਖਿਆ ਦਿੱਤੀ ਨਹੀਂ ਹੈ, ਉਹ ਕਿਉਂਕਿ ਮੈਂ ਹੂੰ। ਉਹਨਾਂ ਤੋਂ, ਮਾਂ ਵਿਚਾਰੀ ਇਕੱਲੀ ਰਹੀ ਹੈ ਮੇਰੇ ਕੋਲ, ਲੇਕਿਨ ਪਿਤਾ ਜੀ ਤਾਂ ਮੈਂ 10 12 ਸਾਲ ਦਾ ਸੀ ਜਦੋਂ ਇੱਧਰ ਆ ਗਏ ਸੀ। ਤੇ ਜੀ। ਲੇਕਿਨ ਸਾਰੀ ਸਿੱਖਿਆ ਜਿਹੜੀ ਮੈਨੂੰ ਇਨਵਾਇਰਨਮੈਂਟ ਆਲਾ ਦੁਆਲਾ ਮੇਰਾ ਪਿੰਡ ਦਾ ਸੀ ਉਹਨੇ ਦਿੱਤੀ ਹੈ, ਜਿਹੜੀ ਮੇਰੀ ਹੂੰ। ਤਕਰੀਬਨ ਜਿੰਨਾ ਵੀ ਮੈਂ ਕਾਮਯਾਬ ਹੋਇਆ, ਉਹ ਬੇਸਿਕ ਜੀ। ਚੀਜ਼ਾਂ ਮੈਂ ਉੱਥੋਂ ਆਪਣੇ ਪਿੰਡ ਦੇ ਬਜ਼ੁਰਗਾਂ ਤੋਂ। ਸਾਰੇ ਬਜ਼ੁਰਗ ਬਹੁਤ ਚੰਗੇ ਸੀ ਔਰ ਪੜ੍ਹੇ ਲਿਖੇ ਵੀ ਸਨ ਔਰ ਹੂੰ। ਅਗਾਂਹਵਧੂ ਸੀ, ਧਾਰਮਿਕ ਔਰ ਰਾਜਨੀਤਿਕ ਦੋਨਾਂ ਦੀ ਮੈਨੂੰ ਪਰਵਰਿਸ਼ ਜਿਹੜੀ ਮੇਰੇ ਪਿੰਡ ਦੇ ਬਜ਼ੁਰਗਾਂ ਤੋਂ ਮਿਲੀ ਹੈ, ਮੈਂ ਤਾਂ ਹੂੰ। ਉਹਨਾਂ ਦਾ ਹੀ ਜ਼ਿੰਮੇਦਾਰ ਹਾਂ। ਤੇ ਉਹ ਅੱਜ ਵੀ ਹੂੰ। ਮੇਰੇ ਲਈ ਬਹੁਤ ਵੱਡਾ ਰੁਤਬਾ ਰੱਖਦੀ ਹੈ।
ਤੇ ਇਸ ਜੀ, ਕਰਕੇ ਜੀ, ਜਿਹੜੀਆਂ ਇੱਥੇ ਦੀਆਂ ਚੀਜ਼ਾਂ ਆ, ਸਾਰੀ ਸੁਸਾਇਟੀ ਵਿੱਚ ਸਾਰੇ ਲੋਕ ਜਿਹੜੇ ਆ ਇੱਕੋ ਜਿਹੀ ਅਕਲ ਦੇ ਮਾਲਕ ਨਹੀਂ ਹੁੰਦੇ। ਲੇਕਿਨ ਹੂੰ, ਸਾਡੇ ਵਿੱਚ ਅਫਸੋਸ ਹੈ ਕਿ ਮੈਂ ਮੁੜ ਕੇ ਫਿਰ ਤੁਸੀਂ ਆਖੋਗੇ, ਇੱਥੇ ਜਦੋਂ ਮੈਂ ਤਕਰੀਬਨ 70 ਵਿੱਚ ਮੈਂ ਇੰਗਲੈਂਡ ਵਿੱਚ, ਨਾ ਸੌਰੀ ਲੀਡਸ ਵਿੱਚ ਆ ਗਿਆ। ਤੇ ਜੀ, ਇੱਥੋਂ ਅੱਗੇ ਜਾ ਕੇ ਪਹਿਲਾਂ ਇੱਕ ਹੀ ਗੁਰਦੁਆਰਾ ਲੀਡਸ ਵਿੱਚ ਸੀਗਾ। ਤੇ ਜੀ, 1971 ਵਿੱਚ ਜਦੋਂ ਈਸਟ ਅਫਰੀਕਾ ਤੋਂ ਬਹੁਤ ਸਾਰੇ ਲੋਕਾਂ ਨੂੰ ਈਡੀ ਅਮੀਨ ਨੇ ਕੱਢ ਦਿੱਤਾ, ਯੁਗੰਡਾ ਵਗੈਰਾ ਤੋਂ, ਤੇ ਬਹੁਤ ਸਾਰੇ ਸਾਡੇ ਜੀ, ਸਿੱਖ ਵੀਰ ਭੈਣਾਂ ਇੱਧਰ ਆਏ, ਔਰ ਅਸੀਂ ਬੜੇ ਹੂੰ, ਬੜੇ ਜੋਸ਼ੋ ਖਰੋਸ਼ ਨਾਲ ਉਹਨਾਂ ਦੀ ਮਦਦ ਕੀਤੀ ਹਰ ਕਿਸਮ ਦੀ। ਤੇ ਉਹ ਵੀ ਹੌਲੀ ਹੌਲੀ ਸਾਰੇ ਸੈਟਲ ਹੋ ਗਏ। ਪਰ ਸਮਾਂ ਆਇਆ ਜਦੋਂ ਉਸੇ ਗੁਰਦੁਆਰੇ ਵਿੱਚ, ਜਿਹੜਾ ਕਿ ਬਹੁਤ ਸਾਂਝਾ ਸੀ, ਉੱਥੇ ਕੁਛ ਜਾਤ ਪਾਤ ਦੇ ਆਧਾਰ ਤੇ ਵੰਡ ਸ਼ੁਰੂ ਹੋ ਗਈ, ਜਦੋਂ ਮੈਂ ਬਹੁਤ ਮੁਖਾਲਫਤ ਕੀਤੀ, ਲੇਕਿਨ ਕਾਮਯਾਬ ਨਹੀਂ ਹੋ ਸਕਿਆ ਗੁਰਦੁਆਰੇ ਨੂੰ ਇੱਕ ਰੱਖਣ 'ਚ। ਤੇ ਉਹ ਜਾਤ ਪਾਤ ਦੇ ਆਧਾਰ ਤੇ ਇੱਕ ਨਵਾਂ ਗੁਰਦੁਆਰਾ ਦੀ ਸ਼ੁਰੂਆਤ ਹੋ ਗਈ। ਤੇ ਉਹਨਾਂ ਦਿਨਾਂ 'ਚ ਹੀ ਰਿਸੈਸ਼ਨ ਦੇ ਦਿਨ ਸਨ, ਤੇ ਅਸੀਂ ਕਈ ਜਿਹੜੀਆਂ ਇੰਸਟੀਟਿਊਸ਼ਨ ਰੱਖ ਲਓ, ਇੱਕ ਅਸੀਂ ਇੰਡੀਅਨ ਵੈਲਫੇਅਰ ਸੁਸਾਇਟੀ, ਜਾਂ ਪਹਿਲਾਂ ਅਸੀਂ ਉਸਦਾ ਨਾਂ ਇੰਡੀਅਨ ਫਾਰਮਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰੱਖਿਆ ਸੀ, ਉਹ ਕਾਇਮ ਕੀਤੀ। ਤੇ ਉਹਦੇ ਆਧਾਰ ਤੇ ਅਸੀਂ ਇੱਥੇ ਸੈਂਟਰਲ ਗਵਰਨਮੈਂਟ ਤੋਂ 2.5 ਲੱਖ ਪਾਉਣ ਦੀ ਗ੍ਰਾਂਟ ਸਿੱਖਾਂ ਲਈ ਲੈਣ ਵਿੱਚ ਕਾਮਯਾਬ ਹੋ ਗਏ। ਤੇ ਹੂੰ, ਦਾਸ ਉਸ ਵੇਲੇ ਉਹਦਾ ਪ੍ਰੈਜ਼ੀਡੈਂਟ ਸੀ। ਤੇ ਉਹ ਸਾਰੀ ਜ਼ਿੰਮੇਵਾਰੀ ਜਿੰਨੇ ਵੀ ਮੇਰੇ ਨਾਲ ਕੰਮ ਕਰਨ ਮੇਰੇ ਵੀਰ ਭੈਣਾਂ ਸਨ, ਉਹ ਬਹੁਤ ਹੀ ਸਮਝੇ ਹੋਏ ਔਰ ਸੁਲਝੇ ਹੋਏ ਔਰ ਅਕਲਮੰਦ ਔਰ ਸਿਆਣੇ ਸਨ। ਉਹਨਾਂ ਨੇ ਬੜੀ ਪੂਰੀ ਮੇਰੀ ਮਦਦ ਕੀਤੀ ਤੇ ਅਸੀਂ ਕਾਮਯਾਬ ਹੋ ਗਏ। ਤੇ ਉਸ ਦਿਨ ਤੋਂ ਅਸੀਂ ਬਹੁਤ ਵਧੀਆ ਸਿੱਖ ਸੈਂਟਰ ਸਾਰਨ ਵਿੱਚ, ਲੀਜ਼ ਵਿੱਚ ਕਾਮਯਾਬ ਰਹੇ ਹਾਂ, ਔਰ ਸਿੱਖਾਂ ਦਾ ਕੋਈ ਪੈਸਾ ਵੀ ਨਹੀਂ ਲੱਗਿਆ ਉਹਦੇ ਤੇ। ਤੇ ਲੇਕਿਨ ਪ੍ਰਬੰਧ ਵਿੱਚ ਫਿਰ ਕਈ ਕਮੀਆਂ ਪੇਸ਼ੀਆਂ ਆ ਗਈਆਂ। 1984 ਆ ਗਈ। 1984 ਨੇ ਸਾਡੀ ਜਿਹੜੀ ਪਹਿਲੀ ਲੀਡਰਸ਼ਿਪ ਗੁਰਦੁਆਰਿਆਂ ਚੱਲਦੀ ਸੀ, ਉਹ ਸਾਰੀ ਇੱਕ ਕਿਸਮ ਦੀ ਇੱਕ ਪਾਸੇ ਹੋ ਗਈ। ਬਹੁਤ ਸਿੱਖਾਂ ਨੂੰ ਸੰਤਾਪ ਹੰਢਾਉਣਾ ਪਿਆ। ਤੇ ਲੇਕਿਨ ਸਾਡੇ ਹਾਂਜੀ, ਵਿੱਚ ਇੱਕ ਹਾਂਜੀ ਭੈਣ ਨਿੱਜੀ ਜੀ ਨੇ ਜੀ ਬਹੁਤ, ਹਾਂਜੀ ਹਾਂਜੀ ਨਿੱਜੀ ਜੀ ਸੌਰੀ, ਮੈਂ ਇਹ ਕਹਿਣਾ ਚਾਹੁੰਦੀ ਕੋਈ ਹਾਂ ਨਹੀਂ, ਵੀ ਦੇਖੋ ਜੀ, ਹਾਂਜੀ ਤੁਸੀਂ ਗੁਰਦੁਆਰਿਆਂ ਦੀ ਗੱਲ ਕਰਦੇ ਹੋ, ਮੇਰਾ ਖਿਆਲ ਇਹ ਗੁਰਦੁਆਰੇ ਤਾਂ ਇਹ ਇਕੱਲੇ ਲੀਡਸ ਬਾਤ ਨਹੀਂ, ਬੇਸ਼ੱਕ ਤੁਸੀਂ ਬਰੈਡਫੋਰਡ ਦੇਖ ਲਓ, ਲੀਡਸ ਦੇਖ ਲਓ, ਬਾਕੀ ਜਿੱਥੇ ਵੀ ਬੜੇ ਸ਼ਹਿਰਾਂ ਦੇ ਵਿੱਚ ਆਪਣੇ ਸਿੱਖਾਂ ਦੀ ਜਿਹੜੀ ਹੈਗੀ ਆਬਾਦੀ ਹੈਗੀ ਆ, ਉੱਥੇ ਸਾਰੇ ਹੀ ਜਿਹੜੇ ਗੁਰਦੁਆਰੇ ਨੇ ਉਹ ਜਾਤਾਂ ਦੇ ਬੇਸ ਤੇ ਹੈਗਾ, ਜਿਹੜਾ ਕਿ ਸਿੱਖੀ ਦਾ ਪਹਿਲਾ ਅਸੂਲ ਸੀਗਾ ਵੀ ਸਾਰੇ ਬੰਦੇ ਬਰਾਬਰ ਆ, ਜਾਤ ਪਾਤ ਨਹੀਂ ਹੋਣੀ ਚਾਹੀਦੀ। ਜਿਹੜੀ ਸਿੱਖਾਂ ਦੀ ਜਿਹੜੀ ਫਿਲਾਸਫੀ ਆ, ਇਸ ਤੇ ਤਾਂ ਮੇਰਾ ਖਿਆਲ ਕਿਸੇ ਵੀ ਸ਼ਹਿਰ ਦਾ, ਇਹ ਇੱਕ ਸ਼ਹਿਰ ਦੀ ਗੱਲ ਨਹੀਂ, ਸਾਰੇ ਸ਼ਹਿਰਾਂ 'ਚ ਇਹੀ ਆ ਵੀ ਅਸੀਂ ਜਾਤ ਪਾਤ ਦੇ ਹਿਸਾਬ ਦੇ ਨਾਲ ਗੁਰਦੁਆਰੇ ਬਣਾ ਲਏ ਤੇ ਜਾਤ ਪਾਤ ਨੂੰ ਅਸੀਂ ਚੰਗੀ ਤਰ੍ਹਾਂ ਬਰਕਰਾਰ ਰੱਖਿਆ ਹੋਇਆ। ਇਸ ਕਰਕੇ ਹਾਂਜੀ ਮੈਂ ਇਹਦੇ ਵਿੱਚ ਮੈਂ ਕਿਹਾ ਤੁਸੀਂ ਮੇਰੇ ਨਾਲ ਸਹਿਮਤ ਹੋਗੇ, ਇੱਕ ਸ਼ਹਿਰ ਦੀ ਗੱਲ ਨਹੀਂ, ਸਾਰੇ ਜੇ ਮੈਂ ਕਹਾਂ ਵੀ ਆਵਾ ਯੂਜ਼ ਹੋਣ ਵਾਲੀ ਗੱਲ ਆ, ਹਰ ਸ਼ਹਿਰ ਵਿੱਚ ਇਹੀ ਆ। ਅਸੀਂ ਕਹਿੰਦੇ ਵੀ ਸਾਡੀ ਸਿੱਖੀ ਕਹਿੰਦੇ ਕੋਈ ਜਾਤ ਪਾਤ ਨੂੰ, ਇੱਥੇ ਦੇ ਜੋ ਬੱਚੇ ਪੈਦਾ ਉਹ ਵੀ ਇਹੀ ਕੁਐਸਚਨ ਕਰਾਉਂਦੇ ਨੇ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜਾਤ ਪਾਤ ਵੀ ਸਾਡੀ ਕੋਈ ਹੈ ਨਹੀਂ ਸਿੱਖੀ ਦੇ ਵਿੱਚ, ਦੂਸਰੇ ਪਾਸੇ ਗੁਰਦੁਆਰੇ ਇੰਨੇ ਨੇ ਕਾਹਤੇ 4-4 5-5 ਆ, ਕੋਈ ਇੱਕ ਗੁਰਦੁਆਰਾ ਕਿਸੇ ਵੀ ਸ਼ਹਿਰ ਵਿੱਚ ਹੈ ਨਹੀਂਗਾ। ਲੇਕਿਨ ਹਾਂ ਮੈਂ ਇੱਥੇ ਜ਼ਰੂਰ ਕਹੂੰਗੀ, ਕੱਲ ਅਸੀਂ ਗ੍ਰੇਵਜ਼ੈਂਡ ਗਏ ਸੀ, ਕਹਿੰਦੇ ਨੇ ਗ੍ਰੇਵਜ਼ੈਂਡ ਵਿੱਚ ਇੱਕੋ ਹੀ ਗੁਰਦੁਆਰਾ ਤੇ ਬੜਾ ਹੀ ਆਲੀਸ਼ਾਨ ਗੁਰਦੁਆਰਾ, ਬਹੁਤ ਹੀ ਅੱਛਾ ਲੱਗਿਆ। ਤੇ ਹਾਂਜੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਗੱਲ ਕਰਨ ਦਾ ਮੌਕਾ ਮਿਲਿਆ, ਬਹੁਤ ਹੀ ਵਧੀਆ। ਲੇਕਿਨ ਮੇਰਾ ਖਿਆਲ ਅਗਰ ਇਸ ਤਰ੍ਹਾਂ ਸਾਰੇ ਹੀ ਸ਼ਹਿਰਾਂ ਵਿੱਚ ਹੋ ਜਾਵੇ ਤਾਂ ਕੰਮ, ਜਿਹੜੀ ਥੋੜੀ ਸਿੱਖਾਂ ਦੀ ਜ਼ਿੰਦਗੀ ਆ ਥੋੜੀ ਸੌਖੀ ਹੋ ਜਾਵੇਗੀ। ਹਾਂਜੀ ਇਸ ਵਿਸ਼ੇ ਦੇ ਉੱਤੇ ਸਾਡੇ ਜਿਹੜੇ ਓਪਨ ਡਿਬੇਟ ਵਧੀਆ ਤਰੀਕੇ ਨਾਲ ਹੋਣੇ ਚਾਹੀਦੇ ਆ। ਇੱਕ ਸਾਡੇ 'ਚ ਬਹੁਤ ਵੱਡੀ ਘਾਟ ਹੈ ਸਿੱਖਾਂ ਵਿੱਚ, ਅਸੀਂ ਹੂੰ, ਡਿਬੇਟ ਨਹੀਂ ਕਰਦੇ ਚੀਜ਼ਾਂ। ਅਸੀਂ ਹਮੇਸ਼ਾ ਜੇ ਹੂੰ, ਕੋਈ ਮਾੜਾ ਜਿਹਾ ਵੀ ਨੁਕਸ ਤੁਹਾਨੂੰ ਦੱਸਦਾ ਹੈ, ਤੇ ਉਹ ਜਿਹਨਾਂ ਬਾਰੇ ਜਿਹੜੀ ਨੁਕਸ ਵਾਲੀ ਗੱਲ ਹੁੰਦੀ ਹੈ, ਉਹ ਉਹਨੂੰ ਪਰਸਨਲ ਲੈ ਕੇ ਤੇ ਵੈਰ ਵਿਰੋਧ ਵਿੱਚ ਪੈ ਜਾਂਦੇ ਆ। ਤੇ ਜੀ, ਜੀ, ਜਿਸ ਦਿਨ ਅਸੀਂ ਚੰਗੀ ਤਰ੍ਹਾਂ ਡਿਬੇਟ ਸੋਝ ਨਾਲ ਕਰਨਾ ਸਿੱਖ ਗਏ ਜਾਂ ਕਰਨ ਲੱਗ ਪਏ, ਤੇ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਊਣਤਾਂ ਆਈਆਂ ਆ, ਇਹ ਬਹੁਤ ਜਲਦੀ ਠੀਕ ਕੀਤੀਆਂ ਜਾ ਸਕਦੀਆਂ ਆ। ਲੇਕਿਨ ਬਹੁਤ ਸਾਰਾ ਘਾਟਾ, ਜਿਸ ਤਰ੍ਹਾਂ ਤੁਸੀਂ ਕਿਹਾ, ਸਾਨੂੰ ਬੱਚਿਆਂ ਵੱਲੋਂ ਪਿਆ, ਇਸ ਕਰਕੇ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਸੀ ਉਹ ਕੰਮਾਂ ਕਾਰਾਂ ਵਿੱਚ ਬਿਜ਼ੀ ਸਨ, ਤੇ ਜੋ ਸਕੂਲਾਂ ਵਿੱਚੋਂ ਨਿਆਣੇ ਨੂੰ ਸਿੱਖਿਆ ਮਿਲਦੀ ਸੀ ਉਹਦਾ ਕਾਊਂਟਰ ਕਰਨ ਲਈ ਜਾਂ ਉਹਨਾਂ ਨਾਲ ਗੱਲਬਾਤ ਕਰਨ ਲਈ ਕਿਸੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ, ਇੰਨੇ ਬਿਜ਼ੀ ਹੁੰਦੇ ਸੀ
ਸਾਰੇ ਘਰਾਂ ਦੇ ਖਰਚੇ ਚਲਾਉਣ ਲਈ ਤੁਹਾਨੂੰ ਆਦਮੀ ਨੂੰ ਵੀ ਕੰਮ ਕਰਨਾ ਪੈਂਦਾ ਸੀ ਤੇ ਔਰਤ ਨੂੰ ਵੀ ਕੰਮ ਕਰਨਾ ਪੈਂਦਾ ਸੀ। ਤੇ ਬਿਲਕੁਲ ਜੀ। ਪਰ ਓਵਰਆਲ ਦੇਖਿਆ ਜਾਵੇ ਤਾਂ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ। ਪਰ ਫਿਰ ਵੀ ਬਹੁਤ ਸਾਰੇ ਮੈਂ ਹੁਣ ਵੀ ਮਹਿਸੂਸ ਕਰਦਾ, ਸਾਡੇ ਬੱਚਿਆਂ ਦੇ ਰਿਸ਼ਤੇ ਕਰਨ ਦੇ ਢੰਗ ਜਿਹੜੇ ਆ ਉਹ ਬੜੇ ਅਜੀਬ ਆ, ਤੇ ਨਾ ਹੂੰ, ਅਸੀਂ ਪ੍ਰੋਪਰਲੀ ਡਿਸਕਸ ਕਰਦੇ ਹਾਂ, ਨਾ ਛੱਡਦੇ ਜਾਂਦੇ ਫਿਰ ਅਸੀਂ ਬਦਲਦੇ ਹਾਂ ਜਾਂ ਮਜਬੂਰੀ ਲਈ ਜਾਂ ਲਾਲਚ ਲਈ ਜਾਂ ਧੱਕੇ ਨਾਲ। ਅਸੀਂ ਅਕਲ ਨਾਲ ਬਦਲਣਾ ਜਿੱਦਣ ਸਿੱਖ ਗਏ, ਬਦਲਾਓ ਕੁਦਰਤ ਦਾ ਨਿਯਮ ਹੈ। ਜਦ ਤਾਈਂ ਅਸੀਂ ਅਕਲ ਨਾਲ ਬਦਲਦੇ ਨਹੀਂ ਤਾਂ ਅਸੀਂ ਖੜੋਤ ਵਿੱਚ ਆ ਜਾਵਾਂਗੇ, ਓਬਵੀਅਸਲੀ ਅਸੀਂ ਪਿੱਛੇ ਨੂੰ ਜਾਵਾਂਗੇ। ਤੇ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇਹੀ ਸੋਚਦਾ ਵੀ ਅੱਗੇ ਤੋਂ ਅੱਗੇ ਕਾਮਨ ਸੈਂਸ ਵਰਤ ਕੇ, ਗੁਰੂਆਂ ਦੇ ਆਸ਼ੇ ਨੂੰ ਮੁੱਖ ਰੱਖ ਕੇ ਕਿ ਗੁਰੂ ਜੀ ਇਸ ਸਿਚੁਏਸ਼ਨ ਵਿੱਚ ਹੋਣ ਤਾਂ ਉਹ ਕੀ ਕਰਨਗੇ, ਇਸ ਤਰ੍ਹਾਂ ਆਪਣੇ ਜੀਵਨ ਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਤੇ ਲੇਕਿਨ ਗੁਰਦੁਆਰਿਆਂ ਵਿੱਚ ਖਾਸ ਕਰਕੇ ਅਜੇ ਵੀ ਕਈ ਚੀਜ਼ਾਂ ਜਿਹੜੀਆਂ ਆ ਬਹੁਤ ਮੁੱਦਤਾਂ ਆ ਜਿਹੜੀਆਂ ਮੈਂ ਹੁਣ ਇੱਕ ਇਹੋ ਜਿਹੇ ਪ੍ਰੋਗਰਾਮ ਵਿੱਚ ਸਾਰੀਆਂ ਡਿਸਕਸ ਨਹੀਂ ਕੀਤੀਆਂ ਜਾ ਸਕਦੀਆਂ। ਪਰ ਜੀ, ਹੁਣ ਜੀ। ਇਹ ਡਿਬੇਟ ਜਿਹੜੇ ਆ, ਓਪਨ ਡਿਬੇਟ ਸਾਡੇ ਟੈਲੀਵਿਜ਼ਨ ਚੈਨਲਾਂ ਨੂੰ ਜਾਂ ਰੇਡੀਓ ਵਗੈਰਾ ਨੂੰ, ਜਿੰਨੇ ਵੀ ਮੀਡੀਅਮ ਹੈਗੇ ਆ, ਇਹਨਾਂ ਸਾਰਿਆਂ ਨੂੰ ਇਹਦੇ ਉੱਤੇ ਤਵੱਜੋ ਦੇ ਕੇ ਪ੍ਰੋਪਰ ਡਿਸਕਸ਼ਨ ਹੋਣੀ ਚਾਹੀਦੀ ਹੈ। ਸਾਡੀ ਡਿਸਕਸ਼ਨ ਓਪਨ ਡਿਸਕਸ਼ਨ ਹੈ ਹੀ ਨਹੀਂ। ਤੇ ਹਾਂਜੀ, ਨਹੀਂ ਇਸ ਨਿੱਕੀ ਜੀ ਕੋਈ ਕਰਕੇ ਗੱਲ ਨਹੀਂ, ਮੈਂ ਸੋਚ ਰਹੀ ਹਾਂ ਵੀ ਆਪਣਾ ਕਦੇ ਮੌਕਾ ਜ਼ਰੂਰ ਮਿਲੇਗਾ ਵੀ ਆਪਾਂ ਇੱਕ ਜਿੱਦਾਂ ਹੈਗਾ ਵੀ ਇਹਦੇ ਬਾਰੇ ਪ੍ਰੋਪਰ ਡਿਸਕਸ਼ਨ ਹੋਊਗੀ, ਕਿਉਂਕਿ ਇਹਦਾ ਜਿਹੜਾ ਅਸਰ ਹੈਗਾ ਗੁਰਦੁਆਰਿਆਂ ਦਾ ਜਾਤ-ਪਾਤ ਦੇ ਹਿਸਾਬ ਦੇ ਨਾਲ ਸਾਡੇ ਜਿਹੜੀ ਨੌਜਵਾਨ ਹੈਗੀ ਆ ਪੀੜ੍ਹੀ ਆ, ਉਹ ਤੇ ਬਹੁਤ ਜ਼ਿਆਦਾ ਹੋ ਰਿਹਾ। ਤੇ ਇਸੇ ਨਾਲ ਇਸ ਦੇ ਨਾਲ ਇਹ ਹੈ ਵੀ ਜਿਹੜੀ ਦੂਸਰੀ ਚੀਜ਼ ਹੈ, ਜਿੱਦਾਂ ਵਿਆਹ ਸ਼ਾਦੀਆਂ ਦੀ ਗੱਲ ਹੁੰਦੀ ਆ, ਉਦੋਂ ਵੀ ਜਿਹੜੀ ਜਾਤ-ਪਾਤ ਦਾ ਕੰਮ ਵਿੱਚ ਆ ਜਾਂਦਾ। ਕਿਉਂਕਿ ਜਦੋਂ ਅਸੀਂ ਇੱਥੇ ਦੇਸ਼ ਦੇ ਵਿੱਚ ਆਪੋ ਆਪਣੀ ਜਾਤਾਂ ਦੇ ਵਿਰਸੇ ਬਣਾਏ ਹੋਏ ਆ, ਜੋ ਸਾਡੀ ਸਿੱਖੀ ਦੇ ਨਾਲ ਨਹੀਂ ਢੁੱਕਦੇ ਹੈਗੇ, ਏਦਾਂ ਹੀ ਜਾਂ ਬੱਚਿਆਂ ਨੇ ਫਿਰ ਵਿਆਹ ਆਪਣੀ ਮਰਜ਼ੀ ਨਾਲ ਕਰਾਉਂਦੇ ਆ ਤੇ ਉਹਨਾਂ ਨੇ ਜਾਤ-ਪਾਤ ਨਹੀਂ ਦੇਖਣੀ, ਇਹਦਾ ਅਸਰ ਵੀ ਸਾਡੇ ਜਿਹੜੀ ਹੈਗੀ ਆ ਸਾਡੀ ਪੀੜ੍ਹੀ ਆ, ਉਹ ਤੇ ਬਹੁਤ ਜ਼ਿਆਦਾ ਹੋਣਾ। ਇਹਦੇ ਬਾਰੇ ਬਹਿਸਬਾਜ਼ੀ ਜਿਹੜੀ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ, ਆਪਾਂ ਜ਼ਰੂਰ ਕਰਾਂਗੇ। ਖੈਰ ਚਲੋ, ਤੁਸੀਂ ਅੱਜ ਇਹ ਦੱਸੋ ਵੀ ਤੁਸੀਂ ਜਿਹੜਾ ਹੈਗਾ ਜਿਹੜਾ ਕੀ ਤੁਹਾਡੇ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸਿੱਖ ਚੈਨਲ ਤੇ ਆ ਕੇ ਬਾਕੀ ਸਾਰਿਆਂ ਨੂੰ, ਭਾਵੇਂ ਆਪਾਂ ਕਮਿਊਨਿਟੀਆਂ ਦੀ ਗੱਲ ਕਰਦੇ ਹਾਂ ਜਾਂ ਬੱਚਿਆਂ ਦੀ ਗੱਲ ਕਰਦੇ ਹਾਂ, ਕੀ ਸੁਨੇਹਾ ਤੁਹਾਡਾ? ਮੇਰਾ ਸੁਨੇਹਾ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਕੋਸ਼ਿਸ਼ ਕਰੋ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਣ ਦੀ। ਜੀ, ਜਿੰਨੀ ਵੀ ਐਜੂਕੇਸ਼ਨ, ਦੂਜਾ ਬੱਚਿਆਂ ਨਾਲ ਕੋਸ਼ਿਸ਼ ਕਰੋ ਬੈਠ ਕੇ ਗੱਲਬਾਤ ਕਰਨ ਦੀ, ਉਹਨਾਂ ਨਾਲ ਦੋਸਤੀ ਪਾਉਣ ਦੀ, ਉਹਨਾਂ ਜੀ, ਨੂੰ ਜੀ, ਉਹ ਬੇਝਿਜਕ ਤੁਹਾਨੂੰ ਤੁਹਾਡੇ ਨਾਲ ਆਪਣੇ ਤਰ੍ਹਾਂ ਦੇ ਜੋ ਵੀ ਉਹ ਕਰਦੇ ਆ, ਉਹਨਾਂ ਨੂੰ ਇਹ ਡਰ ਹੂੰ, ਨਾ ਹੋਵੇ ਕਿ ਮੈਂ ਜੀ, ਜਿਹੜੀ ਗੱਲ ਹੈ ਆਪਣੇ ਪੇਰੈਂਟਸ ਨੂੰ ਨਹੀਂ ਦੱਸਣੀ। ਉਹਨਾਂ ਜੀ, ਜੀ, ਵਿੱਚ ਯਕੀਨ ਪੈਦਾ ਕਰੋ ਆਪਣੇ ਪ੍ਰਤੀ। ਜਦੋਂ ਅਸੀਂ ਬੱਚਿਆਂ ਜੀ, ਵਿੱਚ ਆਪਣੇ ਪ੍ਰਤੀ ਯਕੀਨ ਕਰ ਲਵਾਂਗੇ, ਬੱਚਿਆਂ ਦੇ ਦੋਸਤ ਬਣ ਜਾਵਾਂਗੇ, ਤੁਸੀਂ ਦੇਖੋਗੇ ਜੀ, ਤੁਹਾਡੀ ਜ਼ਿੰਦਗੀ ਵਿੱਚ ਖੁਦ ਇਹੋ ਜਿਹੇ ਮੌਕੇ ਪੈਦਾ ਹੋ ਜਾਂਦੇ ਆ। ਬੱਚੇ ਵੀ ਬੜੇ ਸਿਆਣੇ ਆ ਅੱਜ ਕੱਲ੍ਹ, ਕੋਈ ਐਸੀ ਗੱਲ ਨਹੀਂ ਹੈ। ਸਿਰਫ ਜੀ, ਸਾਡੀ ਜੀ, ਅਪਰੋਚ ਜਿਹੜੀ ਆ ਉਹ ਸਾਨੂੰ ਸੋਚਣੀ ਚਾਹੀਦੀ ਆ। ਸਾਡੀ ਹੂੰ, ਅਪਰੋਚ ਸਹੀ ਕਰਨ ਦੀ ਲੋੜ ਹੈ। ਅਸੀਂ ਬੱਚਿਆਂ ਨੂੰ ਆਪਣੇ ਦੋਸਤ ਬਣਾਈਏ, ਨਾ ਕਿ ਉਹਨਾਂ ਨੂੰ ਕਹੀਏ ਬੱਚੇ ਜਿਹੜਾ ਆਰਡਰ ਦੇਣਾ ਆ, ਇੱਥੇ ਦੇ ਬੱਚੇ ਮਨਜ਼ੂਰ ਨਹੀਂ ਕਰਦੇ ਤੇ ਹੂੰ, ਕਰਨਾ ਚਾਹੀਦਾ ਵੀ ਨਹੀਂ। ਕਿਉਂਕਿ ਬੱਚਿਆਂ ਦੀ ਡਿਵੈਲਪਮੈਂਟ ਸਿਰਫ ਇਸ ਤਰ੍ਹਾਂ ਹੀ ਆ ਕਿ ਬੱਚੇ ਖੁਸ਼ੀ-ਖੁਸ਼ੀ ਆਪਣੀ ਪੜ੍ਹਾਈ ਕਰਨ, ਖੁਸ਼ੀ-ਖੁਸ਼ੀ ਆਪਣੀ ਫਿਜ਼ੀਕਲ ਐਜੂਕੇਸ਼ਨ ਦੇਖਣ, ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਵਰਤਾਅ ਕਰਨਾ ਸਿੱਖਣ, ਖੁਸ਼ੀ-ਖੁਸ਼ੀ ਇੱਕ ਦੂਜੇ ਨਾਲ ਦੋਸਤੀਆਂ ਮਿੱਤਰਤਾਵਾਂ ਪਾਲਣੀਆਂ ਸਿੱਖਣ। ਸਾਡੇ 'ਚ ਇਮਾਨਦਾਰੀ, ਬੱਚਿਆਂ 'ਚ ਇਮਾਨਦਾਰੀ ਆਵੇ, ਸਾਡੇ 'ਚ ਇਮਾਨਦਾਰੀ ਆਵੇ, ਤੇ ਉਸ ਤਰ੍ਹਾਂ ਜਦੋਂ ਅਸੀਂ ਕਰਾਂਗੇ ਤੇ ਫਿਰ ਮੈਂ ਸਮਝਦਾ ਸਾਨੂੰ ਕੋਈ ਬਹੁਤੀਆਂ ਮੁਸ਼ਕਿਲਾਂ ਨਹੀਂ ਆਉਣ ਵਾਲੀਆਂ। ਤੇ ਜੀ, ਸਾਨੂੰ ਬਹੁਤਾ ਜ਼ੋਰ ਅਸੀਂ ਪਹਿਰਾਵੇ ਉੱਤੇ ਜਾਂ ਦਿਖਾਵੇ ਉੱਤੇ ਬਹੁਤ ਜ਼ੋਰ ਦਿੰਦੇ ਹਾਂ, ਲੇਕਿਨ ਬਹੁਤਾ ਜ਼ੋਰ ਪਹਿਲਾਂ ਦੂਜੇ ਪਾਸੇ ਦੇਣਾ ਚਾਹੀਦਾ ਹੈ। ਜਦੋਂ ਸਾਡਾ ਬੇਸ ਪੱਕਾ ਹੋ ਜਾਏਗਾ, ਬੱਚਿਆਂ ਨੂੰ ਸਮਝ ਆ ਜਾਏਗੀ ਸਿੱਖੀ ਜਿਹੜੀ ਹੈ ਬਹੁਤ ਸੌਖੀ ਹੈ, ਔਖੀ ਨਹੀਂ ਹੈ। ਲੇਕਿਨ ਸਿੱਖੀ ਸਿਰਫ ਤੇ ਸਿਰਫ ਪੰਜ ਕਕਾਰ ਰੱਖਣ ਨਾਲ ਹੀ ਨਹੀਂ ਆ ਜਾਂਦੀ। ਇਹ ਸਮਝਣ ਦੀ ਲੋੜ ਹੈ, ਔਰ ਇਹਨੂੰ ਇੱਕ ਚੀਜ਼ ਲਿਆਉਣ ਦੀ ਲੋੜ ਹੈ ਆਪਣੇ ਪ੍ਰਾਈਵੇਟ ਘਰਾਂ ਵਿੱਚ ਵੀ ਤੇ ਗੁਰਦੁਆਰਿਆਂ ਵਿੱਚ ਵੀ। ਮੈਂ ਗੁਰਦੁਆਰਿਆਂ ਦੀ ਗੱਲ ਬਾਰ-ਬਾਰ ਇਸ ਕਰਕੇ ਕਰਦਾ, ਸਾਡੇ ਕੋਲ ਹੋਰ ਕੋਈ ਇੰਸਟੀਟਿਊਸ਼ਨ ਧੁਰ ਅੰਮ੍ਰਿਤਸਰ ਤੋਂ ਲੈ ਕੇ ਹੋਰ ਕਿਤੇ ਕਿਸੇ ਥਾਂ ਤਾਈਂ ਹੈ ਨਹੀਂ। ਲੇਕਿਨ ਜੇ ਅਸੀਂ ਇਸ ਇੰਸਟੀਟਿਊਸ਼ਨ ਨੂੰ ਇੱਕ ਇਹੋ ਜਿਹਾ ਮੋੜ ਦੇ ਦਈਏ ਕਿ ਉਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ, ਇਹਨਾਂ ਵੱਲ ਧਿਆਨ ਦੇਣ ਜਾਂ ਧਿਆਨ ਦੇਣ ਦੇ ਯੋਗ ਅਸੀਂ ਉਹਨਾਂ ਦੇ ਪ੍ਰਤੀਨਿਧ ਚੁਣੀਏ,
ਫਿਰ ਤੁਸੀਂ ਦੇਖੋਗੇ ਤੁਹਾਡੀ ਕਮਿਊਨਿਟੀ ਨੂੰ ਕੋਈ ਦੁਨੀਆ ਵਿੱਚ ਹਰਾਉਣ ਵਾਲਾ ਨਹੀਂ ਜੰਮਿਆ। ਤੇ ਇਹੀ ਮੇਰੀ ਅਰਦਾਸ ਹੈ ਆਪਣੀ ਕਮਿਊਨਿਟੀ ਲਈ ਵੀ ਜੇ ਅਸੀਂ ਕੁਝ ਕਰਨਾ ਆ ਤਾਂ ਚੰਗੇ ਲੀਡਰਾਂ ਦੀ ਪਹਿਚਾਣ ਕਰੋ, ਇਮਾਨਦਾਰ ਲੀਡਰਾਂ ਦੀ ਪਹਿਚਾਣ ਕਰੋ। ਪਹਿਰਾਵੇ ਵਿੱਚ ਸਿਰਫ ਸਿੱਖੀ ਸਰੂਪ ਦੇਖ ਕੇ ਅਗਲੇ ਨੂੰ ਗੁਰਦੁਆਰੇ ਦਾ ਪ੍ਰਧਾਨ ਬਣਾ ਦੇਣਾ, ਇਹ ਕੋਈ ਬਹੁਤੀ ਅਕਲਮੰਦੀ ਦੀ ਗੱਲ ਨਹੀਂ। ਇਹ ਠੀਕ ਹੈ ਕਿ ਮੈਂ ਮੰਨਦਾ ਹਾਂ ਕਿ ਜਿਹੜੇ ਗੁਰਦੁਆਰੇ ਦੇ ਮੋਹਰੇ ਲੀਡਰ ਹਨ ਉਹ ਸਿੱਖੀ ਪਹਿਚਾਣ ਵਾਲੇ ਹੋਣੇ ਚਾਹੀਦੇ ਹਨ, ਲੇਕਿਨ ਸਾਨੂੰ ਇੰਨੇ ਸਟ੍ਰਿਕਟ ਵੀ ਨਹੀਂ ਹੋਣਾ ਚਾਹੀਦਾ ਕਿ ਅਸੀਂ ਦੂਜੇ ਜਿਹੜੇ ਸਹਿਜਧਾਰੀ ਹਨ ਜਾਂ ਦੂਜੇ ਹਨ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਲਾਗੇ ਹੀ ਨਾ ਲੱਗਣ ਦਈਏ। ਇਹੋ ਜਿਹੀਆਂ ਚੀਜ਼ਾਂ ਨਾਲ ਅਸੀਂ ਆਪਣੀ ਕਮਿਊਨਿਟੀ ਦਾ ਹੀ ਨੁਕਸਾਨ ਕਰਦੇ ਹਾਂ, ਉਹਨਾਂ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ। ਹਾਂਜੀ ਜੀ ਨਿੱਜਰ ਜੀ, ਬਹੁਤ ਤੁਸੀਂ ਵਧੀਆ ਸੁਨੇਹਾ ਦਿੱਤਾ ਆ ਆਪਣੇ ਦਰਸ਼ਕਾਂ ਨੂੰ। ਤੇ ਇੱਕ ਤਾਂ ਮੈਨੂੰ ਮੈਂ ਸਮਝਦੀ ਹਾਂ ਤੁਸੀਂ ਇੱਕ ਸੁਨੇਹਾ ਤਾਂ ਇਹ ਹੈ ਵੀ ਜਿਹੜੇ ਬੱਚਿਆਂ ਨੂੰ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਰੋਹਬ ਦੇ ਨਾਲ ਨਹੀਂ, ਪਿਆਰ ਦੇ ਨਾਲ ਆਪਣੇ ਨਾਲ ਜੋੜ ਕੇ ਰੱਖਣ, ਉਹਨਾਂ ਦੇ ਜਿਹੜੇ ਖਿਆਲਾਂ ਨੂੰ ਸੁਣਨ ਤੇ ਇਸ ਤਰੀਕੇ ਨਾਲ ਜਿਹੜਾ ਉਹਨਾਂ ਦੇ ਸੰਬੰਧ ਆਪਸ ਵਿੱਚ ਹੀ ਵਧੀਆ ਰਹਿਣਗੇ। ਬੱਚੇ ਮਾਂ-ਬਾਪ ਤੋਂ ਦੂਰ ਨਹੀਂ ਜਾਣਗੇ, ਕਿਉਂਕਿ ਜੋ ਪੰਜਾਬ ਦਾ ਆਪਣੇ ਇੰਡੀਆ ਦੇ ਵਿੱਚ ਜਿਹਦਾ ਆਪਣਾ ਰੋਹਬ ਹੁੰਦਾ, ਆਪਣੇ ਵੀ ਜੋ ਮਾਂ-ਬਾਪ ਨੇ ਆਪਣੇ ਇੱਕ ਵਾਰੀ ਕਹਿ ਦਿੱਤਾ, ਆਪਣੀ ਉਂਗਲੀ ਖੜੀ ਕਰਤੀ, ਬੱਚੇ ਨੂੰ ਓਦਾਂ ਕਰਨਾ ਪੈਂਦਾ। ਇੱਥੇ ਉਹ ਗੱਲ ਜਿਹੜੀ ਉਹ ਪਾਲਿਸੀ ਇੱਥੇ ਨਹੀਂ ਚੱਲ ਸਕਦੀ। ਇਹ ਬਹੁਤ ਵਧੀਆ ਸੁਨੇਹਾ, ਬੱਚਿਆਂ ਨੂੰ ਆਪਣੇ ਬਰਾਬਰ ਸਮਝ ਕੇ, ਆਪਣੇ ਦੋਸਤ ਸਮਝ ਕੇ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਤੇ ਮੈਂ ਕਿਹਾ ਉਹ ਬੱਚੇ ਜ਼ਰੂਰ ਸਮਝਣਗੇ। ਬਹੁਤ ਵਧੀਆ ਸੁਨੇਹਾ। ਤੇ ਦੂਸਰਾ ਤੁਸੀਂ ਸੁਨੇਹਾ ਦਿੱਤਾ ਵੀ ਸਾਰੇ ਜਿਹੜੇ ਆਪਣੇ ਜਿਹੜੇ ਗੁਰਦੁਆਰੇ ਹੈਗੇ ਆ ਆਪਣੇ ਇੱਥੇ UK ਦੇ ਵਿੱਚ, ਉਹਨਾਂ ਨੂੰ ਵੀ ਆਪਸ ਵਿੱਚ ਜਿਹੜਾ ਹੈਗਾ ਜਿਹੜੀ ਆਪਸ ਵਿੱਚ ਜਿਹੜੇ ਖਿਆਲਾਂ ਦੀ ਸਾਂਝ ਹੈਗੀ ਆ, ਜੇ ਉਹਨਾਂ ਦੀ ਵਧੀਆ ਹੋਊਗੀ ਤਾਂ ਬੱਚਿਆਂ ਦੀ ਆਟੋਮੈਟਿਕਲੀ ਜਿਹੜੀ ਹੈਗੀ ਆ ਸਾਂਝ ਹੈਗੀ ਆ ਆਪਣੀਆਂ ਕਮਿਊਨਿਟੀਆਂ ਨਾਲ, ਆਪਣੇ ਪਰਿਵਾਰਾਂ ਨਾਲ ਹੋ ਜਾਵੇਗੀ। ਇਹ ਸੋ ਬਹੁਤ ਹੀ ਵਧੀਆ ਇਹ ਸੁਨੇਹਾ ਹੈਗਾ ਜੀ। ਮੈਂ ਕਿਹਾ ਅਖੀਰ ਵਿੱਚ ਮੈਂ ਵੀ ਇਹੀ ਕਹਿਣਾ ਚਾਹਾਂਗੀ ਵੀ ਜਿਹੜਾ ਸਿੱਖ ਚੈਨਲ ਹੈਗਾ ਆ, ਸੋ ਸਾਡਾ ਬਹੁਤ ਹੀ ਸਟਰੋਂਗ ਮੀਡੀਆ ਆ। ਕਿਸੇ ਵੀ ਮੀਡੀਆ ਨੂੰ ਬਰਕਰਾਰ ਰੱਖਣ ਦੇ ਲਈ, ਕਾਮਯਾਬ ਰੱਖਣ ਦੇ ਲਈ ਤੁਹਾਡੀ ਜਿਹੜੀ ਹੁੰਦੀ ਆ ਦਰਸ਼ਕੋ, ਤੁਹਾਡੀ ਜਿਹੜੀ ਸਹਿਯੋਗ ਦੀ ਜ਼ਰੂਰਤ ਹੈ, ਤੁਹਾਡੇ ਡੋਨੇਸ਼ਨ ਦੀ ਜ਼ਰੂਰਤ ਹੈਗੀ ਆ। ਕਿਉਂਕਿ ਕੋਈ ਵੀ ਮੀਡੀਆ ਇਹ ਆਪਣੀ ਪੈਸੇ ਤੋਂ ਬਗੈਰ ਕੰਮ ਨਹੀਂ ਕਰ ਸਕਦਾ। ਤੇ ਮੈਂ ਆਪਣੇ ਅੱਗੇ ਇਹੀ ਸਾਰਿਆਂ ਅੱਗੇ ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਸਿੱਖ ਚੈਨਲ ਦੇ ਨਾਲ ਜੁੜੇ ਰਹੋ। ਸਿੱਖ ਚੈਨਲ ਦੇ ਆਪਣੀ ਜਿਹੜੀ ਡੈਬਿਟ ਸੈੱਟ ਕਰੋ ਤਾਂ ਕਿ ਇੱਥੇ ਹੋਰ ਵੀ ਵਧੀਆ ਤੋਂ ਵਧੀਆ ਪ੍ਰੋਗਰਾਮ ਆਪਾਂ ਸਿੱਖ ਚੈਨਲ ਤੇ ਦੇ ਸਕੀਏ। ਇਹ ਸਭ ਤੋਂ ਪੁਰਾਣਾ ਮੀਡੀਆ ਹੈ, ਤਕਰੀਬਨ 13-14 ਸਾਲ ਦਾ ਇੱਥੇ ਆਪਣੀ ਹੋਂਦ ਵਿੱਚ ਆਇਆ ਹੈ। ਇਸ ਦੇ ਨਾਲ ਸਾਨੂੰ ਫਾਇਦਾ ਹੈ ਵੀ ਕਮਿਊਨਿਟੀ ਦੀ ਕੋਈ ਵੀ ਖਬਰ, ਬੇਸ਼ੱਕ ਉਹ ਇੰਡੀਆ ਵਿੱਚ ਹੋ ਰਹੀ ਹੈ ਜਾਂ ਪੰਜਾਬ 'ਚ ਹੋ ਰਹੀ ਜਾਂ ਇੱਥੇ ਹੋ ਰਹੀ ਆ, ਸਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਸਾਡਾ ਜਿਹੜਾ ਮੀਡੀਆ ਹੈਗਾ ਹੈ ਸਿੱਖ ਚੈਨਲ ਸਾਨੂੰ ਉਸ ਨਾਲ ਜੋੜ ਦਿੰਦਾ ਹੈ। ਇਸ ਕਰਕੇ ਤੁਹਾਡਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਸਿੱਖ ਚੈਨਲ ਨਾਲ ਜੁੜੇ ਰਹੋ ਤੇ ਹਮੇਸ਼ਾ ਹੀ ਪ੍ਰਮਾਤਮਾ ਤੁਹਾਨੂੰ ਬੁਲੰਦੀਆਂ ਤੱਕ ਰੱਖੇ ਤੇ ਤੁਹਾਨੂੰ ਜਿਹੜੀ ਆਪਣੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ। ਇਹੋ ਹੀ ਕਹਿ ਸਕਦੇ ਹਾਂ ਸਿੱਖ ਚੈਨਲ ਦੇ ਵੱਲੋਂ। ਸਿੱਖ ਚੈਨਲ ਨਾਲ ਜੁੜਨਾ ਬਹੁਤ ਜ਼ਰੂਰੀ ਆ, ਕਿਉਂਕਿ ਜੇ ਤੁਸੀਂ ਹੈ ਤਾਂ ਇਹ ਜਿਹੜਾ ਮੀਡੀਆ ਹੈ, ਜੇ ਮੀਡੀਆ ਤੋਂ ਬਗੈਰ ਮੀਡੀਆ ਦੀ ਕੋਈ ਵੀ ਪਹਿਚਾਣ ਨਹੀਂ ਹੈ। ਇਸ ਪਹਿਚਾਣ ਨੂੰ ਬਣਾਉਣ ਵਾਲੇ ਤੁਸੀਂ ਹੋ। ਇਸ ਕਰਕੇ ਵੱਧ ਤੋਂ ਵੱਧ ਸਿੱਖ ਚੈਨਲ ਦਾ ਸਹਿਯੋਗ ਦਿਓ। ਆਪਣਾ ਜੋ ਵੀ ਯੋਗਦਾਨ ਜੋ ਵੀ ਦਸਮੰਦ ਦੇ ਸਕਦੇ ਹੋ ਜ਼ਰੂਰ ਕਰੋ। ਇੰਨਾ ਕੁਝ ਕਹਿੰਦੀ ਹੋਈ ਮੈਂ ਦਰਸ਼ਕੋ ਤੁਹਾਡੇ ਨਾਲ ਫਿਰ ਫਤਿਹ ਦੀ ਸਾਂਝ ਪਾਉਣ ਲੱਗੀ ਹਾਂ। ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸਭ ਤੋਂ ਜ਼ਿਆਦਾ ਜੇ ਮੈਂ ਜਿਹੜਾ ਆਪਣਾ ਜਿਹੜਾ ਹੈਗਾ ਧੰਨਵਾਦ ਮੈਂ ਅਜੀਤ ਸਿੰਘ ਨਿੱਜਰ ਜੀ ਹੋਰਾਂ ਦਾ ਕਰਦੀ ਹਾਂ, ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਵਿੱਚੋਂ ਕੱਢ ਕੇ ਸਿੱਖ ਚੈਨਲ ਤੇ ਜੁੜ ਕੇ ਆਪਣਾ ਜਿਹੜਾ ਤਜਰਬਾ ਉਹਨਾਂ ਦਾ ਇਸ UK ਵਿੱਚ ਹੋਇਆ ਉਸ ਤੇ ਆਪਣੇ ਚਾਨਣਾ ਪਾਇਆ ਹੈ। ਉਹਨਾਂ ਦਾ ਵੀ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਹਾਂ। ਅਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਆਪਣੇ ਜੋ ਸਰੋਤੇ ਨੇ, ਜੋ ਦਰਸ਼ਕ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਇਸੇ ਹੀ ਤਰ੍ਹਾਂ ਤੁਸੀਂ ਸਿੱਖ ਚੈਨਲ ਨਾਲ ਜੁੜੇ ਰਹੋ ਜੀ। ਚਲੋ ਅਖੀਰ ਦੇ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।